नमस्कार। हर दिन एक नवा दिन है तो हर नवे दिन ਨੂੰ ਅਸੀਂ ਇੱਕ ਨਵੇਂ ਸੁਨੇਹੇ ਵਜੋਂ ਲੈਂਦੇ ਹਾਂ ਤੇ ਉਹ ਨਵਾਂ ਸੁਨੇਹਾ ਅਸੀਂ ਤੁਹਾਡੇ ਲਈ ਲੈ ਕੇ ਆਉਨੇ ਹਾਂ ਗੱਲਾਂ ਤੇ ਗੀਤ ਦੇ ਵਿੱਚ ਤੁਹਾਡੇ ਤਾਈਂ ਪੁੱਜਦਾ ਕਰਦੇ ਹਾਂ ਉਹ ਸੁਨੇਹਾ। जी हाँ, 11 जनवरी 2021 ਨੂੰ ਗੱਲਾਂ ਤੇ ਗੀਤ ਪ੍ਰੋਗਰਾਮ ਦਾ ਮੁੜ ਤੋਂ ਆਗਾਜ਼ ਹੋਇਆ ਤੇ ਉਸ ਦਿਨ ਅਸੀਂ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼ਮਸ਼ੇਰ ਲਹਿਰੀ ਤੇ ਵਰਿੰਦਰ ਢਿੱਲੋਂ ਜੋ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਨੇ जीवन जीवन शब्द बनया है जीव ते वन तो और वातावरण की असी गल की वना की असी गल की संत सीचेवाल होरां दे नाल जिन्हां ने सानू सुनेहा दिता बलिहारी कुदरत वसिया ਤੇ ਅਗਲੀ ਵਾਰ ਜੀਵਨ ਨੂੰ ਸੁਚੱਜੇ ਢੰਗ ਨਾਲ ਅਸੀਂ ਕਿਵੇਂ ਜਿਉ ਸਕਦੇ ਹਾਂ, ਇੱਕ ਵਧੀਆ ਤਰੀਕੇ ਨਾਲ ਜਿੰਦਾ ਦਿਲੀ ਨਾਲ ਜੀਵਨ ਨੂੰ ਕਿਵੇਂ ਜਿਉ ਸਕਦੇ ਹਾਂ, ਇਸ ਬਾਬਤ ਗੱਲਬਾਤ ਕੀਤੀ ਸਾਡੇ ਉੱਗੇ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਨਾਲ। डॉक्टर राकेश चोपड़ा जी ने सानू दस्या है कि कोविड तो घबराने की कोई ज़रूरत नहीं क्योंकि वैक्सीन आ चुकी है और हुण इसका इलाज पूरी तरह नाल शुरू किया जा रहा है। इस करके करोना तो डरन की कोई लोड़ नहीं। ये सुनेहा भी तुहाडे तक पुजदा कीता सी। पर मैनू डर लग रहा है इस वक्त। तुहानू किस चीज़ तो डर लग रहा है इस वक्त? मैनू कोरोना तो डरन की कोई लोड़ नहीं। नहीं, मैनू कोरोना तो डर नहीं लग रहा। मैनू इस कुर्सी ते बैठ के डर लग रहा है इस वक्त। कुर्सी ते बैठ के डर लग रहा है? हाँ जी। कुर्सी ते बैठ के डरन की तो कोई लोड़ होंदी नहीं वैसे, क्यों डर लग रहा है? जी हाँ, क्योंकि कुर्सी ते अज बैठ के मैनू डर इस करके लग रहा है क्योंकि इस दा जिहड़ा कारण है इस वक्त अज दे प्रोग्राम दे विच उहने साडे नाल बैठे बॉडी बिल्डर हरमिंदर दुलोवाल जी। हरमिंदर जी ਤੁਹਾਡੇ ਕੋਲੋਂ ਡਰਨਾ ਤਾਂ ਨਹੀਂ ਚਾਹੀਦਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਚਾਹੀਦਾ ਹੈ। ਬਹੁਤ ਬਹੁਤ ਸਵਾਗਤ ਤੁਹਾਡਾ। ਇੱਥੇ ਆਪਣੇ ਨੇ ਔਰ ਇਹਨਾਂ ਕੋਲੋਂ ਡਰਨਾ ਨਹੀਂ, ਇਹਨਾਂ ਦਾ ਨਾਂ ਲੈ ਕੇ ਆਪਾਂ ਬਾਕੀਆਂ ਨੂੰ ਡਰਾਉਣਾ ਹੈ ਜੀ। ਸੋ ਹਰਮਿੰਦਰ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਗੱਲਾਂ ਤੇ ਗੀਤ ਦੇ ਵਿੱਚ ਔਰ ਸਾਡਾ ਇਹ ਬਹੁਤ ਸੁਭਾਗ ਹੈ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਔਰ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਵਾਂ ਕਿ ਫਿਟਨੈਸ ਇੰਟਰਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਨੇ हरमिंदर जी ते नाल दी नाल इन्हां दियां जो कारगुजारियां ने जो इन्हां दियां प्राप्तियां ने उन्हां बारे तुहानूं जरूर जाणू करावांगे कि इन्हां ने मिस्टर वर्ल्ड साउथ अफ्रीका ब्रॉन्ज मैडल जित्तिया 2015 दे विच, मॉटल बैटल सिंगापुर दे विच ब्रॉन्ज मैडल जित्तिया 2017 दे विच, फिर मिस्टर एशिया एक्सट्रीम बॉडी बिल्डिंग गोल्ड मैडल 2018 दे विच, उहदा ही पार्ट है सुपर बॉडी बिल्डिंग 2018 दे विच ਤੇ FIF यानी कि फिटनेस इंटरनेशनल फैडरेशन ऑफ इंडिया के ये जज बन के गए बॉडी बिल्डिंग के 2019 के ते अज उस ही संस्था के प्रेजिडेंट ने। बहुत वधिया लग रहा है कि यू आर अ लिविंग लीजेंड, तुसी साडे वास्ते एक मानयोग मुजस्मा हो पंजाब दा। बिल्कुल। और ਆਪਾਂ बॉडी बिल्डिंग ਤੇ ਇਸ ਦੇ ਨਾਲ ਅਸੀਂ ਅੱਜ ਦੇ ਸਮੇਂ ਦੇ ਵਿੱਚ ਜੇਕਰ ਝਾਤ ਮਾਰੀਏ ਤਾਂ ਬਹੁਤ ਕੁਝ ਹੈ। ਅਸੀਂ ਸਾਡੀ ਸਿਹਤ ਵੱਲ ਖਾਸ ਧਿਆਨ ਦਿੰਦੇ ਹਾਂ ਤੇ ਬॉडी ਬਿਲਡਿੰਗ ਰਾਹੀਂ ਅਸੀਂ ਸਿਹਤ ਬਣਾ ਸਕਦੇ ਹਾਂ। ਇਸ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਜਿਵੇਂ ਗੱਲ ਕਰਦੇ ਹਾਂ ਨਾ ਕਿ ਖੇਡਾਂ ਤਾਂ ਪਹਿਲਾਂ ਵੀ ਹੁੰਦੀਆਂ ਸੀ ਤੇ ਇੱਕ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖੀਏ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਰੀਰ ਬਣਾਉਣੇ ਜਿਵੇਂ ਬॉडी ਬਿਲਡਿੰਗ ਹੋ ਗਿਆ, weight lifting ਹੋ ਗਿਆ। ਇਸ ਬਾਰੇ ਤੁਸੀਂ ਦੱਸੋ ਕਿ ਇੱਧਰ ਰੁਝਾਨ ਹੈ ਜਿਹੜਾ ਅੱਜ ਕੱਲ ਨੌਜਵਾਨ ਪੀੜ੍ਹੀ ਦਾ, ਇਹ ਕਿਵੇਂ? ਸਭ ਤੋਂ ਪਹਿਲਾਂ ਤੇ ਜਿਹੜੀਆਂ ਅੱਜ ਕੱਲ ਪੁਰਾਤਨ ਸਮੇਂ ਦੀਆਂ ਖੇਡਾਂ ਅਲੁਪਤ ਹੋ ਰਹੀਆਂ ਆ ਉਹਨਾਂ ਵਿੱਚੋਂ ਜਿਸ ਤਰ੍ਹਾਂ ਕਿ ਗੁੱਲੀ ਡੰਡਾ ਹੁੰਦਾ ਸੀ, ਪਿੱਠੂ ਗਰਮ ਹੁੰਦਾ ਸੀ, ਖੋ ਹੁੰਦੇ ਸੀਗਾ, ਕੁਛ ਲੁਕਣ ਮਚਾਈ ਵਰਗੀਆਂ ਖੇਡਾਂ ਹੁੰਦੀਆਂ ਸੀ। ਉਹ ਸਾਡੇ ਪੁਰਾਤਨ ਪੰਜਾਬ ਦਾ ਹਿੱਸਾ ਸੀ ਤੇ ਹੁਣ ਵੀ ਹੈ। ਪਿੰਡਾਂ 'ਚ ਹੱਲੇ ਵੀ ਉਹਨਾਂ ਨੂੰ ਖੇਡਿਆ ਜਾਂਦਾ ਆ ਪਰ ਉਹਨਾਂ 'ਚ ਇਹ ਆ ਕਿ ਉਹ ਥੋੜ੍ਹਾ ਜਿਹਾ ਆਧੁਨਿਕ ਯੁੱਗ ਹੋਣ ਕਰਕੇ ਉਹਨਾਂ ਦੀ ਜਿਹੜੀ ਭਰਮਾਰ ਆ, ਉਹਨਾਂ ਦੀ ਜਿਹੜੀ ਲੋਕਾਂ ਦੇ ਸਾਹਮਣੇ ਆਉਣੀਆਂ ਖੇਡਾਂ ਉਹ ਥੋੜ੍ਹੀਆਂ ਘੱਟ ਗਈਆਂ ਆ। ਪਰ ਉਹਨਾਂ ਦੇ ਨਾਲ ਸਾਡਾ ਸਭ ਤੋਂ ਪਹਿਲਾਂ ਜਿਹੜਾ ਦਿਮਾਗੀ ਸੰਤੁਲਨ ਸੀਗਾ, ਕਿਉਂਕਿ ਸਰੀਰ ਤੋਂ ਪਹਿਲਾਂ ਦਿਮਾਗ ਆ, ਦਿਮਾਗ ਜਿੰਨੀ ਦੇਰ ਸਾਡਾ ਤੰਦਰੁਸਤ ਰਹੂਗਾ ਸਰੀਰ ਨੂੰ ਉਹ ਜਿਹੜਾ ਹੈਗਾ ਅੱਗੇ ਦੀ ਅੱਗੇ ਕੰਮ ਕਰ ਲਈ ਉਤੇਜਿਤ ਕਰਦਾ ਰਹੂਗਾ। ਉਹਨਾਂ ਨਾਲ ਸਾਡਾ ਦਿਮਾਗੀ ਸੰਤੁਲਨ ਬਹੁਤ ਅੱਛਾ ਰਹਿੰਦਾ ਸੀ। ਸਾਡੇ ਮਤਲਬ ਵਿੱਚ ਪਰਿਵਾਰਿਕ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਸੀ ਤੇ ਨਾਲ ਦੀ ਨਾਲ ਜਿਹੜੀ ਸਰੀਰਿਕ ਬਣਤਰ ਸੀ ਸਰੀਰ ਦੇ ਵਿੱਚ ਜਿਹੜੀਆਂ ਨਵੀਆਂ ਬਿਮਾਰੀਆਂ ਹੁੰਦੀਆਂ ਸੀ ਉਹਨਾਂ ਤੋਂ ਵੀ ਰੋਕਥਾਮ ਹੁੰਦੀ ਸੀ। ਸੋ ਉਹ ਥੋੜ੍ਹਾ ਜਿਹਾ ਘੱਟ ਗਿਆ ਪਰ ਖਤਮ ਨਹੀਂ ਹੋਇਆ। ਪਿੰਡਾਂ 'ਚ ਹੱਲੇ ਵੀ ਉਹ ਉਸੇ ਤਰ੍ਹਾਂ ਹੀ ਜਾਰੀ ਆ। ਆਧੁਨਿਕ ਸਮੇਂ ਆਉਣ ਨਾਲ ਘਟਿਆ ਉਹਨੂੰ ਅਸੀਂ ਕਹਿ ਸਕਦੇ ਹਾਂ। ਹਾਂਜੀ, ਮਤਲਬ ਪੁਰਾਤਨ ਸਮੇਂ ਦੀਆਂ ਜਿਹੜੀਆਂ ਖੇਡਾਂ ਨੇ, ਖੁਰਾਕਾਂ ਨੇ, ਸਾਡੇ ਸੱਭਿਆਚਾਰ ਦਾ ਹਿੱਸਾ ਨੇ, ਉਹ ਕਿਸੇ ਵਕਤ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਸੀ ਨੌਜਵਾਨਾਂ ਦੇ ਜੀਵਨ ਨੂੰ
ਸੰਤੁਲਿਤ ਬਣਾਉਣ ਦੇ ਵਿੱਚ। ਹਾਂਜੀ ਹਾਂਜੀ। ਸੋ ਅੱਜ ਦਾ ਰੁਝਾਨ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਸਾਰੇ ਯੂਥ ਜਿਹੜੀ ਹੈ ਫੁੱਟਬਾਲ ਵੀ ਖੇਡਦੀ ਹੈ, ਕ੍ਰਿਕਟ ਵੀ ਖੇਡਦੀ ਹੈ, ਪਰ ਇੰਟਰਨੈਟ ਦੇ ਉੱਤੇ, ਕਬੱਡੀ ਵੀ ਖੇਡਦੀ ਹੈ ਇੰਟਰਨੈਟ ਦੇ ਉੱਤੇ, ਉੱਥੇ ਸਾਰੀਆਂ ਗੇਮਸ ਖੇਡਦੀ ਹੈ। ਤੋ ਇਸ ਕਰਕੇ ਉਹਨਾਂ ਦੀ ਜਿਹੜੀ ਫਿਟਨੈਸ ਹੈ ਉਹ ਘਟ ਗਈ ਔਰ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਦੀ ਐਕਟੀਵਿਟੀ ਵੀ ਘਟ ਗਈ ਹੈ। ਸੋ ਇਸ ਪਾਸੇ ਉਹਨਾਂ ਨੂੰ ਕਿੱਦਾਂ ਲਿਆਂਦਾ ਜਾਵੇ, ਤੁਹਾਡੀ ਆਪਣੀ ਜ਼ਿੰਦਗੀ ਦੇ ਨਜ਼ਰੀਏ ਨਾਲ ਤੁਸੀਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੋਗੇ, ਕਿਉਂਕਿ ਤੁਹਾਡੀ ਪੂਰੀ ਜ਼ਿੰਦਗੀ ਪ੍ਰੇਰਣਾ ਹੈ ਸਾਡੇ ਵਾਸਤੇ। ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ, ਅੱਜ ਦੇ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈ, ਜਿਹਨੂੰ ਅਸੀਂ ਮੋਬਾਈਲ ਫੋਨ ਜਾਂ ਇੰਟਰਨੈਟ ਦਾ ਯੁੱਗ ਕਹਿ ਰਹੇ ਹਾਂ, ਉਹ ਇੱਕ ਅਸੀਂ ਉਹਨੂੰ ਇੱਕ ਉਹਦਾ ਪਾਸਾ ਲੈ ਕੇ ਚੱਲੀਏ ਤਾਂ ਸਾਡੇ ਲਈ ਅੱਛਾ ਵੀ ਆ, ਤੇ ਉਹਦਾ ਦੂਸਰਾ ਪਾਸਾ ਲੈ ਕੇ ਚੱਲੀਏ ਤਾਂ ਉਹ ਉਹਦੀ ਦੁਰਵਰਤੋਂ ਵੀ ਹੈ। ਪਰ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਇਹਨਾਂ ਨੂੰ ਜ਼ਿਆਦਾ ਯੂਜ਼ ਕਰਨਾ ਉਹ ਸਮੇਂ ਦੀ ਬਰਬਾਦੀ ਆ। ਤਾਂ ਇਸ ਬਰਬਾਦੀ ਨੂੰ ਖਤਮ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਮਾਪੇ ਆ ਬੱਚਿਆਂ ਦੇ, ਉਹਨਾਂ ਨੂੰ ਕੀ ਚਾਹੀਦਾ ਕਿ ਮੋਬਾਈਲ ਦੀ ਵਰਤੋਂ ਸਿਰਫ ਉਹਨਾਂ ਨੂੰ ਦਿਨ ਦੇ ਵਿੱਚ ਕੁਛ ਹੀ ਪਲਾਂ ਲਈ ਦੇਣ, ਜਦੋਂ ਉਹ ਆਪਣੇ ਸਕੂਲ ਦੇ ਆਪਣੇ ਰੂਟੀਨ ਦੇ ਕੰਮ ਤੋਂ ਫ੍ਰੀ ਹੋ ਜਾਣ। ਮਾਪੇ ਤੋਂ ਬਾਅਦ ਜੇ ਬੱਚੇ ਥੋੜ੍ਹੇ ਜਿਹੇ ਅਡਲਟ ਹੋ ਜਾਂਦੇ, ਉਹਨਾਂ ਨੂੰ ਖੁਦ ਨੂੰ ਇਸ ਚੀਜ਼ 'ਤੇ ਫੋਕਸ ਕਰਨਾ ਚਾਹੀਦਾ ਕਿ ਇਹਨੂੰ ਸਿਰਫ ਤੇ ਸਿਰਫ ਇੱਕ ਨੌਲੇਜ ਵਾਸਤੇ, ਜਿੱਥੋਂ ਸਾਨੂੰ ਕੋਈ ਸਟੱਡੀ ਨਾਲ ਰਿਲੇਟਿਡ ਚੀਜ਼ਾਂ ਮਿਲਦੀਆਂ ਹੈਗੀਆਂ, ਉਹ ਹੀ ਚੀਜ਼ਾਂ ਯੂਜ਼ ਕੀਤੀਆਂ ਜਾਣ। ਅਦਰਵਾਈਜ਼ ਜੇ ਇਸ ਨੂੰ ਅਸੀਂ ਸਾਰਾ ਦਿਨ ਯੂਜ਼ ਕਰਾਂਗੇ, ਉਹਦੇ ਸਮੇਂ ਦੀ ਬਰਬਾਦੀ ਆ, ਸਾਡਾ ਜਿਹੜਾ ਦਿਮਾਗੀ ਸੰਤੁਲਨ ਅਸੀਂ ਪਹਿਲਾਂ ਗੱਲ ਕੀਤੀ ਉਹਦੀ ਬਰਬਾਦੀ ਆ। ਉਹਦੇ ਨਾਲ ਅਸੀਂ ਮਾਂ-ਪਿਓ ਤੇ ਜਿਹੜੇ ਘਰਾਂ 'ਚ ਵੱਡੇ ਆ, ਉਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ। ਤਾਂ ਸਾਨੂੰ ਕੁਛ ਸਮਾਜ ਦੇ ਵਿੱਚ ਕੁਛ ਐਕਟੀਵਿਟੀ ਇਸ ਤਰ੍ਹਾਂ ਦੀਆਂ ਕਰਵਾਉਣੀਆਂ ਚਾਹੀਦੀਆਂ ਆ, ਤਾਂ ਅਸੀਂ ਖੁਦ ਵੀ ਉਹਨਾਂ 'ਤੇ ਆਪ ਵੀ ਫੋਕਸ ਕਰਦੇ ਹਾਂ। ਤਾਂ ਮਾਪਿਓ ਨੂੰ ਵੀ ਇਹ ਹੋਣਾ ਚਾਹੀਦਾ ਕਿ ਉਹ ਵੀ ਇਸ ਚੀਜ਼ ਨੂੰ ਜਿਹੜਾ ਆ ਉਹ ਬੱਚਿਆਂ ਤੱਕ ਲਿਮਿਟਿਡ, ਇੱਕ ਮਿੱਥੇ ਹੋਏ ਸਮੇਂ ਲਈ ਦਿਨ 'ਚ ਕੁਛ ਸਮਾਂ ਉਹਨੂੰ ਮੋਬਾਈਲ ਦੀ ਵਰਤੋਂ ਕਰਨ ਲਈ ਦੇਣ। ਅਤੇ ਜੇ ਦੇਣ, ਉਹਨਾਂ ਦੇ ਨਾਲ ਆਪ ਬੈਠਣ ਜਾਂ ਉਹਨਾਂ ਨੂੰ ਜੋ ਨੌਲੇਜ ਦੀਆਂ ਵੈਬਸਾਈਟਸ ਹੈਗੀਆਂ ਉਹਨਾਂ ਤੱਕ ਹੀ ਸੀਮਿਤ ਰੱਖਣ। ਓਕੇ ਜੀ, ਹੁਣ ਥੋੜ੍ਹੀ ਜਿਹੀ ਅਸੀਂ ਇਹ ਜ਼ਰੂਰ ਪੁੱਛਣੀ ਚਾਹਾਂਗੇ ਗੱਲ ਕਿ, ਕਿਉਂਕਿ ਸਾਡੇ ਦਰਸ਼ਕਾਂ ਨੂੰ ਵੀ ਹੋਣਾ ਕਿ ਤੁਸੀਂ ਆਪਣੇ ਇਸ ਗੱਲ ਬਾਰੇ ਜ਼ਰੂਰ ਦੱਸੋ ਕਿ ਕਦੋਂ ਤੁਸੀਂ ਬਾਡੀ ਬਿਲਡਿੰਗ ਸਟਾਰਟ ਕੀਤਾ, ਕੀ ਜਿਹੜਾ ਇਸ ਬਾਰੇ ਤੁਹਾਡੇ ਵਿਚਾਰ ਆਏ ਮਨ ਦੇ ਵਿੱਚ, ਤੇ ਉਸ ਬਾਰੇ ਜ਼ਰੂਰ ਸਾਨੂੰ ਥੋੜ੍ਹਾ ਜਿਹਾ ਦੱਸੋ। ਮੈਂ ਬਾਡੀ ਬਿਲਡਿੰਗ 2003 ਤੋਂ ਸਟਾਰਟ ਕੀਤੀ। ਉਸ ਟਾਈਮ ਮੇਰਾ ਬਾਡੀ ਵੇਟ ਕੋਈ 38 ਕਿਲੋ ਸੀਗਾ। ਤਾਂ ਮੈਂ ਬਿਲਕੁਲ ਇੱਕ ਪਤਲਾ, ਲੰਬਾ ਜਿਹਾ ਪਤਲਾ ਲੜਕਾ ਹੁੰਦਾ ਸੀ, ਤੇ ਮੈਨੂੰ ਸਾਰੇ ਮਜ਼ਾਕ ਦਾ ਪਾਤਰ ਬਣਾਉਂਦੇ ਸੀ। ਜਿਮ ਦੀ ਰੋਡ ਜਿਹੜੀ ਆ ਉਹ 18 ਕਿਲੋ ਦੀ ਸੀ, ਤੇ ਮੈਂ ਉਹ ਰੋਡ ਪਹਿਲੇ ਦਿਨ ਜਾ ਕੇ ਉਹਨੂੰ ਮਤਲਬ ਚੱਕ ਨਹੀਂ ਪਾਇਆ, ਚੱਕੀ ਤਾਂ ਮੇਰੇ ਬਿਲਕੁਲ ਉੱਪਰ ਆ ਗਈ। ਤਾਂ ਉਸ ਤੋਂ ਬਾਅਦ ਮੈਂ ਡੇ ਬਾਏ ਡੇ ਫਿਰ ਵੀ ਮੈਂ ਆਪਣਾ ਰੁਝਾਨ ਜਾਰੀ ਰੱਖਿਆ। ਮੈਨੂੰ ਜੇ ਮੈਂ ਜਿਮ ਜਾਣਾ ਤਾਂ ਮੈਨੂੰ ਜਿਹੜੇ ਸੀਨੀਅਰ ਹੋਣੇ, ਉਹਨਾਂ ਨੇ, ਕਿਸੇ ਨੇ ਮੈਨੂੰ ਪਲੇਟਲੀ ਕਹਿ ਦੇਣਾ ਵੀ ਮੇਰੀ ਐਕਸਰਸਾਈਜ਼ ਕਰਵਾ ਦੇ, ਕਿਸੇ ਨੇ ਮੈਨੂੰ ਕੋਈ ਚੀਜ਼ ਕਹਿ ਦੇਣਾ, ਮੈਂ ਮਤਲਬ ਇੱਕ ਹੈਲਪਰ ਬਣ ਜਾਂਦਾ ਸੀ। ਬਟ ਮੇਰੇ ਮਨ 'ਚ ਇੱਕ ਸੀਗਾ ਕਿ ਮੈਂ ਕੁਛ ਅਲੱਗ ਬਣਨਾ, ਉਹਦੇ ਲਈ ਮੈਨੂੰ ਅਲੱਗ ਕੰਮ ਜਿਹੜੇ ਆ ਉਹ ਕਰਨੇ ਪੈਣੇ। ਮੈਨੂੰ ਅੱਜ ਇਹ ਕੰਮ ਛੋਟੇ ਜ਼ਰੂਰ ਲੱਗਦੇ, ਬਟ ਮੈਨੂੰ ਇਹਨਾਂ ਦੇ ਵਿੱਚ ਕੋਈ ਨਾ ਕੋਈ ਤਜਰਬਾ, ਕੋਈ ਨਾ ਕੋਈ ਮਹਾਰਤ ਹਾਸਲ ਹੋ ਰਹੀ, ਇੱਕ ਦਿਨ ਮੈਂ ਵੀ ਇਹਨਾਂ ਵਰਗਾ ਬਣੂੰਗਾ। ਸੋ ਡੇ ਬਾਏ ਡੇ ਡੇਲੀ ਰੂਟੀਨ 'ਚ ਮੈਨੂੰ ਉਹ ਹੀ ਮੇਰੀ ਜਿਹੜੀ ਉਹ ਭਾਵਨਾ ਮੈਨੂੰ ਅੱਗੇ ਲੈ ਕੇ ਆਉਂਦੀ ਰਹੀ। ਤੇ ਵੀ ਮੈਂ ਆਪਣੇ ਮਨ ਦੇ ਵਿੱਚ ਇੱਕ ਇੱਛਾ ਰੱਖੀ ਸੀ ਕਿ ਮੈਂ ਅਲੱਗ ਦਿਖਣਾ ਤਾਂ ਅਲੱਗ ਕੰਮ ਕਰਨਾ ਪੈਣਾ। ਉਹਦੇ ਨਾਲ ਫਿਰ ਮੈਂ ਦੂਸਰਾ ਕੀ ਮਾਈਂਡ 'ਚ ਰੱਖਿਆ ਕਿ ਮੈਂ ਬਿਲਕੁਲ ਵੈਜੀਟੇਰੀਅਨ ਰਹਿ ਕੇ ਹੀ, ਕਿਉਂਕਿ ਨੌਨ ਵੈਜ ਖਾ ਕੇ ਸਾਰੇ ਬੋਡੀ ਬਣਾਉਂਦੇ ਆ, ਪਰ ਮੈਂ ਵੈਜੀਟੇਰੀਅਨ ਰਹਿ ਕੇ ਹੀ ਇੱਕ ਅਲੱਗ, ਕਿਉਂਕਿ ਸਮਾਜ 'ਚ ਇਹ ਹੁੰਦਾ ਹੈ ਕਿ ਨੌਨ ਵੈਜ ਤੋਂ ਬਿਨਾਂ ਤੁਸੀਂ ਅੰਡਾ ਮੀਟ ਖਾਣ ਤੋਂ ਬਿਨਾਂ ਬੋਡੀ ਨਹੀਂ ਬਣਾ ਸਕਦੇ, ਬਟ ਮੈਂ ਉਹਨੂੰ ਵੀ ਜਾਰੀ ਰੱਖਿਆ। ਤੋ ਸਮਾਂ ਕਾਫੀ ਲੱਗਾ। ਜਿਹੜੇ ਵੈਜੀਟੇਰੀਅਨ ਸੋਰਸਿਸ ਆ ਉਹਨਾਂ 'ਚ ਪ੍ਰੋਟੀਨ ਸੋਰਸ ਲੈਣਾ ਕਾਫੀ ਮੁਸ਼ਕਿਲ ਹੁੰਦਾ ਆ, ਬਟ ਮੈਨੂੰ ਕਾਫੀ ਸਮਾਂ ਲੱਗਾ। ਫਿਰ ਵੀ ਮੈਂ ਰੁਝਾਨ ਜਾਰੀ ਰੱਖਿਆ, ਉਹਦੇ ਨਾਲ ਆਪਣੀ ਸਟੱਡੀ ਵੀ ਜਾਰੀ ਰੱਖੀ। ਪਹਿਲੇ ਸਾਲ ਜਦੋਂ ਮੈਂ ਪਹਿਲੇ ਦਿਨ ਜਿਮ ਗਿਆ, ਮੈਂ 38 ਕਿਲੋ ਦਾ ਸੀ। ਅਗਲੇ ਸਾਲ ਮੇਰੇ 10 ਤੋਂ 15 ਕਿਲੋ ਬਾਡੀ ਵੇਟ ਦਾ ਵਾਧਾ ਹੋ ਚੁੱਕਿਆ ਸੀ। ਤੇ ਉਹ ਹੀ ਮੇਰੀ ਅੰਦਰਲੀ ਭਾਵਨਾ ਮੈਨੂੰ ਹੋਰ ਅੱਗੇ ਲੈ ਕੇ ਆਈ। ਕਰਦਿਆਂ ਅੱਜ ਮੈਂ ਇੱਥੇ 2021 ਤੱਕ ਏਸ਼ੀਆ ਲੈਵਲ ਦੀਆਂ ਜਿਹੜੀਆਂ ਅਚੀਵਮੈਂਟ ਉਹ ਕਰ ਚੁੱਕਿਆ। ਬਾਕੀ ਮੈਨੂੰ ਮੇਰੀ ਫੈਮਿਲੀ ਤੋਂ ਤੇ ਮੇਰੇ ਸੀਨੀਅਰਸ ਤੋਂ ਕਾਫੀ ਸਪੋਰਟ ਰਹੀ, ਪਰ ਉਹ ਸ਼ੁਰੂ 'ਚ ਕੁਛ ਵੀ ਨਹੀਂ ਸੀ। ਮੇਰੇ ਅੰਦਰ ਦੀ ਭਾਵਨਾ ਨੇ ਹੀ ਮੈਨੂੰ ਸਾਰਾ ਇੱਥੇ ਤੱਕ ਪਹੁੰਚਾ ਦਿੱਤਾ। ਜਿੱਥੇ ਤੱਕ ਤੁਸੀਂ ਸਪੋਰਟ ਦੀ ਗੱਲ ਕਰ ਰਹੇ ਹੋ, ਜੋ ਆਪਣੇ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਨੇ ਆਰਨੋਲਡ, ਉਹ ਕਹਿੰਦੇ ਨੇ ਕਿ ਜੋ ਮੈਨੂੰ ਸਪੋਰਟ ਕਰਦੇ ਨੇ ਮੈਂ ਉਹਨਾਂ ਨੂੰ ਰਿਸਪੈਕਟ ਨਹੀਂ ਦਿੰਦਾ, ਜੋ ਮੈਨੂੰ ਸਪੋਰਟ ਨਹੀਂ ਕਰਦੇ ਬਲਕਿ ਮੇਰੇ ਰਾਹ ਦੇ ਵਿੱਚ ਔਕੜਾਂ ਖੜੀਆਂ ਕਰਦੇ ਨੇ, ਮੈਂ ਉਹਨਾਂ ਨੂੰ ਰਿਸਪੈਕਟ ਦਿੰਦਾ, ਕਿਉਂਕਿ ਉਹ ਮੈਨੂੰ ਚੈਲੰਜ ਦਿੰਦੇ ਨੇ। ਸੋ ਤੁਸੀਂ ਚੈਲੰਜ ਐਕਸੈਪਟ ਕੀਤਾ ਕਿ ਤੁਸੀਂ ਕਿਹਾ ਕਿ ਮੈਂ ਵੱਖਰਾ ਦਿਖਣਾ ਹੈ, ਤੇ ਨਾਲ ਵੱਖਰੀ ਦਿੱਖ ਦੇ ਨਾਲ ਤੁਸੀਂ ਵੱਖਰੀ ਡਾਈਟ ਵੀ ਰੱਖੀ ਕਿ ਮੈਂ ਨੌਨ ਵੈਜ ਨਹੀਂ ਲੈਣਾ, ਵੈਜੀਟੇਰੀਅਨ ਲੈਣਾ ਹੈ। ਸੋ ਗੱਲ ਇਹ ਹੈ ਕਿ ਹਰ ਬੰਦਾ ਬਾਡੀ ਬਿਲਡਰ ਬਣਨਾ ਚਾਹੁੰਦਾ ਹੈ, ਪਰ ਉਨੀ ਮਿਹਨਤ ਕਰਨ ਨੂੰ ਤਿਆਰ ਨਹੀਂ।
ਕੋਈ ਸ਼ਾਰਟਕਟ ਹੈ ਬਾਡੀ ਬਿਲਡਰ ਬਣਨ ਦਾ? ਨਹੀਂ, ਬਾਡੀ ਬਿਲਡਿੰਗ ਲਈ ਕੋਈ ਸ਼ਾਰਟਕਟ ਨਹੀਂ ਹੈਗਾ। ਫਸਟ ਆਫ ਆਲ, ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਬਾਡੀ ਬਿਲਡਿੰਗ ਲਈ, ਸਾਨੂੰ ਇੱਕ ਦਿਨ ਦਾ ਜਿਹੜਾ ਘਰ ਦਾ ਹੀ ਖਾਣਾ ਆ ਉਹਨੂੰ ਰੂਟੀਨ 'ਚ ਰੱਖਣਾ ਪੈਂਦਾ। ਜੋ ਅਸੀਂ ਘਰ ਦੇ ਵਿੱਚ ਰਾਈਸ, ਚਪਾਤੀ, ਜੋ ਡਰਾਈ ਫਰੂਟ, ਦੁੱਧ, ਘਿਓ, ਮੱਖਣ ਆ ਰਿਹਾ, ਉਹਨੂੰ ਇੱਕ ਬੈਲੈਂਸ, ਇੱਕ ਸੰਤੁਲਿਤ ਆਹਾਰ ਦੇ ਰੂਪ ਵਿੱਚ ਲੈਣਾ। ਉਹ ਸਾਡੀ ਬਾਡੀ ਦਾ ਫਿਊਲ ਆ। ਉਸ ਤੋਂ ਬਾਅਦ ਅਸੀਂ ਉਹ ਜਿਹੜਾ ਫਿਊਲ ਲਿਆ ਆ, ਉਹ ਜਿਹੜਾ ਐਨਰਜੀ ਲਈ ਆ, ਉਹਨੂੰ ਅਸੀਂ ਐਕਸਰਸਾਈਜ਼ ਦੇ ਰੂਪ ਵਿੱਚ ਜਾ ਕੇ ਬਰਨ ਕਰਨਾ, ਤਾਂ ਕਿ ਜੋ ਅਸੀਂ ਫੂਡ ਖਾਧਾ ਹੈ ਉਹ ਤੋਂ ਜਿਹੜੀ ਐਨਰਜੀ ਮਿਲੀ ਸਾਡੀ ਬਾਡੀ ਦੇ ਪ੍ਰੋਪਰ ਮਸਲ ਤੱਕ, ਪ੍ਰੋਪਰ ਆਰਗਨ ਤੱਕ ਪਹੁੰਚੇ, ਤਾਂ ਅਸੀਂ ਆਪਣੇ ਜਿਹੜੇ ਮਸਲ ਆ, ਆਪਣੀ ਬਾਡੀ ਦੀ ਸਟਰੈਂਥ ਆ, ਸਟੈਮਿਨਾ ਆ, ਪਾਵਰ ਆ, ਉਹਨੂੰ ਅਸੀਂ ਬਿਲਡਅਪ ਕਰ ਸਕੀਏ। ਤੇ ਜਿਹੜੀ ਤੁਸੀਂ ਗੱਲ ਸ਼ਾਰਟਕਟ ਦੀ ਕੀਤੀ, ਸ਼ਾਰਟਕਟ ਇਹਦੇ ਵਿੱਚ ਕੋਈ ਨਹੀਂ ਹੈ। ਜੇ ਕੋਈ ਉਹਨੂੰ ਅਪਣਾਉਂਦਾ ਆ ਤਾਂ ਉਹ ਇੱਥੋਂ ਤੱਕ ਉਹਨੂੰ ਨੁਕਸਾਨ ਪਹੁੰਚਾ ਦਿੰਦਾ ਕਿ ਉਹ ਆਪਣੇ ਜਿਹੜਾ ਇੱਕ ਜੀਵਨ ਆ, ਜਿਹੜਾ ਇੱਕ ਪਰਮਾਤਮਾ ਦੀ ਦੇਣ ਆ, ਉਸ ਤੋਂ ਵੀ ਹੱਥ ਧੋ ਸਕਦਾ ਆ। ਸੋ ਸ਼ਾਰਟਕਟ ਕੋਈ ਨਹੀਂ, ਸਿਰਫ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਘਰ ਦਾ ਫੂਡ ਜ਼ਰੂਰੀ ਆ। ਦੂਸਰੇ ਨੰਬਰ ਤੇ ਜਿਹੜਾ ਫੂਡ ਖਾਧਾ ਆ ਉਹਨੂੰ ਪਚਾਉਣ ਲਈ ਤੁਹਾਨੂੰ ਜਿਮ ਜਾਣਾ ਜ਼ਰੂਰੀ ਆ। ਜਿਮ ਜਾਣ ਦੇ ਨਾਲ ਨਾਲ ਸਾਨੂੰ ਗਰਾਊਂਡ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹਨਾਂ ਤੇ ਵੀ ਫੋਕਸ ਕਰਨਾ ਜ਼ਰੂਰੀ। ਜਿਮ ਚਾਹੇ ਤੁਸੀਂ ਹਫਤੇ 4 ਦਿਨ ਜਾਓ, ਬਟ ਜਿਹੜੀ ਗਰਾਊਂਡ ਦੀ ਐਕਟੀਵਿਟੀ ਆ ਉਹ ਤੁਸੀਂ ਗਰਾਊਂਡ 'ਚ ਕਰ ਸਕਦੇ ਆ। ਜਿਮ ਦੀ ਜਿਹੜੀ ਟ੍ਰੈਡਮਿਲ ਆ ਉੱਤੇ ਵੀ ਕਰ ਸਕਦੇ, ਜਾਂ ਘਰ ਦੀ ਛੱਤ 'ਤੇ ਤੁਹਾਡੇ ਕੋਲ ਕੋਈ ਸਮਾਂ ਨਹੀਂ, ਮਤਲਬ ਅਸੀਂ ਉਹਨੂੰ ਇੱਕ ਵੀ ਦਿਨ ਵੇਸਟ ਨਹੀਂ ਜਾਣ ਦੇਣਾ ਜੋ ਖਾਧਾ ਉਹਨੂੰ ਪਚਾਉਣ ਲਈ। ਬਟ ਸ਼ਾਰਟਕਟ ਨਹੀਂ, ਸ਼ਾਰਟਕਟ ਸਿਰਫ ਸਾਨੂੰ ਰਿਜ਼ਲਟ ਤੱਕ ਪਹੁੰਚਾ ਦਿੰਦੇ, ਬਟ ਉਹਦੇ ਜਿਹੜੇ ਸਾਈਡ ਇਫੈਕਟ ਆ ਉਹ ਫਿਰ ਸਾਨੂੰ ਸਾਰੀ ਉਮਰ ਉਹਨਾਂ ਦੇ ਨਾਲ ਆਪਣੀ ਲਾਈਫ ਨੂੰ ਚਲਾਉਣਾ ਪੈਂਦਾ, ਤੇ ਈਵਨ ਕਈ ਵਾਰੀ ਸਾਨੂੰ ਮੌਤ ਦਾ ਸਾਹਮਣਾ ਵੀ ਕਰਨਾ ਪੈਂਦਾ। ਕਈ ਵਾਰ ਕਹਿੰਦੇ ਨੇ ਕਿ ਲੀਵਰ ਵੀ ਡੈਮੇਜ ਹੋ ਜਾਂਦਾ। ਹਾਂਜੀ ਹਾਂਜੀ। ਜਿਸ ਤਰ੍ਹਾਂ ਪ੍ਰੋਟੀਨ ਦੀ ਗੱਲ ਕਰੀਏ, ਪ੍ਰੋਟੀਨ ਇੱਕ ਬਾਡੀ ਬਿਲਡਰ ਦੇ ਤੌਰ ਤੇ ਕਿੰਨੀ ਮਾਤਰਾ ਚਾਹੀਦੀ ਹੈ, ਤੇ ਇੱਕ ਆਮ ਬੰਦਾ ਜੇਕਰ ਫਿਟ ਰਹਿਣਾ ਚਾਹੁੰਦਾ ਉਹਨੂੰ ਕਿੰਨੀ ਪ੍ਰੋਟੀਨ ਚਾਹੀਦੀ ਹੈ? ਦੇਖੋ, ਪ੍ਰੋਟੀਨ ਹਰ ਇੱਕ ਇਨਸਾਨ ਨੂੰ ਜ਼ਰੂਰੀ ਹੈ, ਚਾਹੇ ਉਹ ਜਿਮ ਜਾ ਰਿਹਾ, ਚਾਹੇ ਜਿਮ ਨਹੀਂ ਜਾ ਰਿਹਾ, ਚਾਹੇ ਉਹ ਆਦਮੀ ਆ ਚਾਹੇ ਔਰਤ ਆ, ਦੋਨਾਂ ਨੂੰ ਹੀ ਪ੍ਰੋਟੀਨ ਚਾਹੀਦੀ। ਹੁਣ ਅਸੀਂ ਜੇ ਇੱਥੇ ਆਦਮੀ ਦੀ ਗੱਲ ਕਰੀਏ, ਉਹਨੂੰ ਲੇਡੀਜ਼ ਦੇ ਕੰਪੈਰੀਟਿਵ, ਔਰਤ ਦੇ ਕੰਪੈਰੀਟਿਵ ਪ੍ਰੋਟੀਨ ਥੋੜ੍ਹਾ ਜ਼ਿਆਦਾ ਚਾਹੀਦਾ। ਜੇ ਕੋਈ ਆਦਮੀ ਜਿਮ ਨਹੀਂ ਜਾ ਰਿਹਾ ਤਾਂ ਉਹਨੂੰ ਦਿਨ ਦੇ ਕੰਮ ਕਰਨ ਲਈ ਉਹਨੂੰ 30 ਤੋਂ 40 ਗ੍ਰਾਮ ਪ੍ਰੋਟੀਨ ਚਾਹੀਦਾ, ਜਿਹੜਾ ਆਦਮੀ ਆ। ਐਂਡ ਜਿਹੜੀ ਔਰਤ ਹੈਗੀ ਉਹਨੂੰ 20 ਤੋਂ 30 ਗ੍ਰਾਮ ਪ੍ਰੋਟੀਨ ਸੋਰਸ, ਜਿਹੜੇ ਜਿਮ ਨਹੀਂ ਜਾਂਦੇ। ਤੇ ਜਿਹੜਾ ਜਿਮ ਜਾ ਰਿਹਾ, ਮੇਲ ਫੀਮੇਲ ਕੋਈ ਵੀ ਬਾਡੀ ਆ, ਉਹਨੂੰ ਜਿਹੜਾ ਪ੍ਰੋਟੀਨ ਆ ਦਿਨ ਦਾ ਡਬਲ ਬਾਡੀ ਵੇਟ ਅਕੋਰਡਿੰਗ ਡਬਲ ਚਾਹੀਦਾ। ਮੰਨ ਲਓ ਕਿਸੇ ਇਨਸਾਨ ਦਾ 100 kg 100 ਕਿਲੋ ਭਾਰ ਹੈਗਾ ਤਾਂ ਉਹ ਪ੍ਰੋਟੀਨ 200 ਗ੍ਰਾਮ ਲਊਗਾ, ਬਟ ਜੇ ਉਹ ਰੂਟੀਨ ਦੇ ਵਿੱਚ ਐਕਸਰਸਾਈਜ਼ ਕਰ ਰਿਹਾ ਤਾਂ ਅਦਰਵਾਈਜ਼ ਉਹ 30 ਤੋਂ 40 ਗ੍ਰਾਮ ਤੱਕ ਹੀ ਰਹੂਗਾ। ਤੇ ਪ੍ਰੋਟੀਨ ਸਾਡੀ ਬਾਡੀ ਲਈ ਇਹ ਚੀਜ਼ ਆ ਕਿ ਜਿਸ ਤਰ੍ਹਾਂ ਇੱਕ ਬਾਈਕ ਨੂੰ ਚੱਲਣ ਲਈ ਫਿਊਲ ਚਾਹੀਦਾ, ਪੈਟਰੋਲ ਚਾਹੀਦਾ, ਇੱਦਾਂ ਹੀ ਸਾਡੀ ਬਾਡੀ ਨੂੰ ਚੱਲਣ ਲਈ ਪ੍ਰੋਟੀਨ ਚਾਹੀਦਾ ਹੈ। ਪ੍ਰੋਟੀਨ ਦੇ ਸੋਰਸ ਤੁਸੀਂ ਵੈਜ, ਨਾਨ ਵੈਜ ਕਿਸੇ ਵੀ ਸੋਰਸ ਤੋਂ ਲੈ ਸਕਦੇ ਆ। ਚੋਇਸ ਤੁਹਾਡੀ, ਬਾਡੀ ਸਿਰਫ ਪ੍ਰੋਟੀਨ ਮੰਗਦੀ, ਕਿਉਂਕਿ ਅੱਜ ਕੱਲ੍ਹ ਜਦੋਂ ਪ੍ਰੋਟੀਨ ਦੀ ਗੱਲ ਆਉਂਦੀ ਤਾਂ ਸਪਲੀਮੈਂਟ ਅੱਗੇ ਆ ਜਾਂਦੇ, ਬਟ ਸਪਲੀਮੈਂਟ ਬਹੁਤ ਹੀ ਇੱਕ ਦੂਰ ਦੀ ਮਤਲਬ ਨਾ ਹੀ ਯੂਜ਼ ਕਰਨ ਵਾਲੀ ਚੀਜ਼ ਹੈ, ਕਿਉਂਕਿ ਸਪਲੀਮੈਂਟ ਤੋਂ ਪਹਿਲਾਂ ਸਾਨੂੰ ਜਿਹੜਾ ਘਰ ਦਾ ਫੂਡ ਜ਼ਰੂਰੀ ਆ। ਤਾਂ ਉਹ ਬਾਡੀ ਵੇਟ ਦੇ ਅਕੋਰਡਿੰਗ ਜੇ ਅਸੀਂ ਜਿਮ ਜਾ ਰਹੇ ਤਾਂ, ਅਦਰਵਾਈਜ਼ ਜੇ ਅਸੀਂ ਘਰ ਦਾ ਕੰਮ ਕਰਨਾ ਜਾਂ ਅਸੀਂ ਆਫਿਸ ਦੇ ਕੰਮ ਕਰਨੇ ਤਾਂ ਸਾਨੂੰ 30 ਤੋਂ 40 ਗ੍ਰਾਮ ਦੀ ਰੇਸ਼ੋ ਰੱਖਣੀ ਪੈਣੀ ਪ੍ਰੋਟੀਨ ਦੀ। ਉਹਦੇ ਵਿੱਚ 3 ਆਪਾਂ ਕੈਟੇਗਰੀਜ਼ ਲਈਏ, ਬੱਚੇ ਵੀ ਨੇ, ਜਵਾਨ ਵੀ ਨੇ, ਬਜ਼ੁਰਗ ਵੀ ਨੇ। ਹਾਂਜੀ, ਇਹ ਤਿੰਨਾਂ ਵਾਸਤੇ, ਕਿਉਂਕਿ ਤੁਸੀਂ ਜਿਹੜਾ ਦੱਸਿਆ ਹੈ ਉਹ ਦੱਸਿਆ ਬॉयਜ਼ ਐਂਡ ਗਰਲਸ, ਮੁੰਡੇ ਤੇ ਕੁੜੀਆਂ ਵਾਸਤੇ ਜਿਹੜੇ ਜਵਾਨ ਨੇ। ਹਾਂਜੀ, ਬੱਚਿਆਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਉਹਨਾਂ ਦੇ ਲਈ ਥੋੜੀ ਮਾਤਰਾ ਘਟ ਜੂਗੀ। ਉਹਨਾਂ ਲਈ ਤਕਰੀਬਨ 20 ਤੋਂ 15 ਗ੍ਰਾਮ ਦਾ ਪ੍ਰੋਟੀਨ ਰਹੂਗਾ। ਉਹ ਜਿਹੜੇ ਸਾਡੇ ਘਰੇਲੂ ਸੋਰਸ ਹੁੰਦੇ, ਜਿਸ ਤਰ੍ਹਾਂ ਦੁੱਧ ਹੋਇਆ, ਪਨੀਰ ਹੋਇਆ, ਜੇ ਕੋਈ ਨਾਨ ਵੈਜ ਲੈ ਰਿਹਾ ਤਾਂ ਆਂਡੇ ਤੋਂ ਜਾਂ ਮਾਸ ਤੋਂ ਇਹ ਚੀਜ਼ ਲੈ ਸਕਦਾ ਆ। ਸਿਰਫ 15 ਤੋਂ 20 ਗ੍ਰਾਮ ਦੀ ਰੇਸ਼ੋ ਬੱਚਿਆਂ ਵਾਸਤੇ। ਅੰਡੇ ਚੋਂ ਕਿਹਾ ਗਿਆ ਨਾ ਯੈਲੋ ਪਾਰਟ ਜੋ ਜੋਲਟਸ ਨੇ ਉਹ ਨਹੀਂ ਖਾਣੇ। ਹਾਂ, ਯੈਲੋ ਪਾਰਟ ਜੇ ਮੰਨ ਲਓ ਤੁਸੀਂ ਦਿਨ ਦੇ 2 ਤੋਂ 3 ਐਗ ਖਾ ਰਹੇ ਆ ਤਾਂ ਇੱਕ ਐਗ ਦਾ ਜਿਹੜਾ ਉਹਨੂੰ ਅਸੀਂ ਪੂਰਾ ਅੰਡਾ ਖਾਵਾਂਗੇ, ਉਹਦਾ ਯੈਲੋ ਪਾਰਟ ਖਾਵਾਂਗੇ, ਬਾਕੀ ਅਸੀਂ ਵਾਈਟ ਲਵਾਂਗੇ, ਕਿਉਂਕਿ ਜਿਹੜਾ ਯੈਲੋ ਪਾਰਟ ਆ ਉਹਦੇ ਵਿੱਚ ਕੈਲਸ਼ੀਅਮ ਦੀ ਭਰਮਾਰ ਹੁੰਦੀ ਆ। ਐਂਡ ਦੂਸਰੀ ਚੀਜ਼ ਉਹਦੇ ਵਿੱਚ ਜਿਹੜਾ ਹੈਗਾ ਸਾਡਾ ਬੈਡ ਕੋਲੇਸਟ੍ਰੋਲ, ਜਿਹਨੂੰ ਅਸੀਂ ਈਜ਼ੀ ਲੈਂਗੁਏਜ ਕਹਿੰਦੇ ਖੂਨ ਦਾ ਗਾੜਾ ਹੋਣਾ, ਉਹ ਕੈਲਸ਼ੀਅਮ ਤੇ ਸਾਡੇ ਕੋਲੇਸਟ੍ਰੋਲ ਲੈਵਲ ਨੂੰ ਵਧਾਉਂਦਾ। ਸੋ ਉਹ ਜਿਹੜਾ ਯੈਲੋ ਪਾਰਟ ਆ ਉਹ ਅਸੀਂ ਸਿਰਫ ਜੇ 3 ਐਗ ਖਾ ਰਹੇ ਤਾਂ ਇੱਕ ਦਾ ਹੀ ਖਾਵਾਂਗੇ। ਜੀ ਹਾਂਜੀ। ਅਰੇ ਜਿਵੇਂ ਗੱਲ ਕਰਦੇ ਕਿ ਆਮ ਨਾ ਦੇਖਿਆ ਆਪਾਂ ਕਈਆਂ ਕੋਲੇ ਸਮਾਂ ਨਹੀਂ, ਤੁਸੀਂ ਤਾਂ ਹੁਣ ਪ੍ਰੋਫੈਸ਼ਨਲ ਬਾਡੀ ਬਿਲਡਰ ਆ ਗਏ, ਪਰ ਜਿਵੇਂ ਆਮ ਬੰਦੇ ਕੋਲ ਸਮਾਂ ਨਹੀਂ ਹੁੰਦਾ, ਕੰਮ ਕੋਈ ਹੋਰ ਹੁੰਦਾ ਹੈ, ਉਹ ਆਪਣੇ ਆਪ ਨੂੰ ਫਿਟ ਰਹਿਣ ਲਈ ਕਿਸ ਤਰ੍ਹਾਂ ਕੁਝ ਕਰਨ, ਕੀ ਉਹ ਕਰ ਸਕਦੇ? ਦੇਖੋ, ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਜੇ ਸਾਡੇ ਕੋਲ ਸਮਾਂ ਆ ਉਹਨੂੰ ਬੈਲੈਂਸ ਕਰਨ ਲਈ, ਕਿਉਂਕਿ ਜੇ ਸਰੀਰ ਆ ਜਾਨ ਆ ਤੇ ਜਹਾਨ ਆ, ਅਸੀਂ ਜੇ ਸਰੀਰ ਨੂੰ ਨਹੀਂ ਦੇਖ ਪਾਏ ਤਾਂ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ, ਕੋਈ ਵੀ ਜੌਬ ਨਹੀਂ ਕਰ ਸਕਦੇ, ਕਿਸੇ ਵੀ ਤਰ੍ਹਾਂ ਸਮਾਜ 'ਚ ਵਿਚਰ ਨਹੀਂ ਸਕਦੇ। ਉਹਦੇ ਲਈ ਸਾਨੂੰ ਜਿਸ ਘੱਟ ਸਮਾਂ ਵੀ ਪੂਰੇ 24 ਘੰਟੇ ਅਸੀਂ ਮਿਲਾ ਕੇ ਚੱਲੀਏ, ਸਾਨੂੰ 20 ਤੋਂ 25 ਮਿੰਟ ਦੀ ਐਕਸਰਸਾਈਜ਼, ਚਾਹੇ ਅਸੀਂ ਗਰਾਊਂਡ ਜਾ ਕੇ ਕਰ ਲਈਏ, ਰਨਿੰਗ ਕਰ ਲਈਏ, ਜੰਪਿੰਗ ਕਰ ਲਈਏ, ਸਕਿਪਿੰਗ, ਰੱਸੀ ਟੱਪ ਲਈਏ,
ਸਾਈਕਲਿੰਗ ਕਰ ਲਈਏ, 15 ਤੋਂ 20 ਮਿੰਟ ਦਾ ਸਮਾਂ ਸਾਨੂੰ ਸਰੀਰ ਨੂੰ ਦੇਣਾ ਐਕਸਰਸਾਈਜ਼ ਲਈ ਜ਼ਰੂਰੀ ਆ। ਪਲੱਸ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਪ੍ਰੋਟੀਨ ਸੋਰਸਿਸ ਦੀ, ਸਾਨੂੰ ਨਿਊਟ੍ਰੀਸ਼ਨਲ ਡਾਈਟ ਜਿਹੜੀ ਆ ਘਰ ਦੀ ਡਾਈਟ ਉਹ ਲੈਣੀ ਜ਼ਰੂਰੀ। ਅਤੇ ਤੀਸਰੇ ਨੰਬਰ 'ਤੇ ਆਉਂਦਾ ਕਿ ਸਾਨੂੰ ਜਿਹੜੇ ਫਾਸਟ ਫੂਡ ਆ, ਅੱਜ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਆ ਉਹਦੇ ਵਿੱਚ ਫਾਸਟ ਫੂਡ ਜਿਹੜੇ ਹੈਗੇ ਆ ਉਹ ਇੱਕ ਸਾਡੀ ਲਾਈਫ ਦਾ ਹਿੱਸਾ ਬਣ ਚੁੱਕੇ, ਪਰ ਉਹਨਾਂ ਨੂੰ ਅਸੀਂ ਅਵੋਇਡ ਕਰਨਾ, ਘੱਟ ਤੋਂ ਘੱਟ ਹੀ ਖਾਣਾ, ਕਿਉਂਕਿ ਉਹਨਾਂ ਦੇ ਵਿੱਚ ਇੱਕ ਟਰਾਂਸ ਫੈਟ ਹੁੰਦੀ ਆ ਜਿਹੜੀ ਕਿ ਸਾਡਾ ਖੂਨ ਗਾੜਾ ਕਰਦੀ ਆ, ਜਿਹਦੇ ਨਾਲ ਸਾਨੂੰ ਹਾਰਟ ਦੀਆਂ ਪ੍ਰੋਬਲਮ ਜ਼ਿਆਦੀਆਂ ਆਉਂਦੀਆਂ, ਸਾਨੂੰ ਬਲੱਡ ਪ੍ਰੈਸ਼ਰ ਦੀਆਂ ਪ੍ਰੋਬਲਮ, ਕਿਡਨੀ ਦੀਆਂ ਪ੍ਰੋਬਲਮ, ਲੀਵਰ ਦੀਆਂ ਪ੍ਰੋਬਲਮ ਉਹ ਆ ਸਕਦੀਆਂ। ਸਾਨੂੰ ਜਿਹੜਾ 24 ਘੰਟਿਆਂ ਦੇ ਵਿੱਚ 15 ਤੋਂ 20 ਮਿੰਟ ਦਾ ਸਰੀਰ ਨੂੰ ਸਮਾਂ ਦੇਣਾ ਜ਼ਰੂਰੀ ਆ। ਅਤੇ ਦੂਸਰਾ ਡਾਈਟ, ਅਤੇ ਤੀਸਰਾ ਜਿਹੜਾ ਆਰਟੀਫਿਸ਼ਲ ਫੂਡ, ਟਰਾਂਸ ਫੈਟ ਆ ਜਿਹੜੀ ਉਹਨੂੰ ਅਵੋਇਡ ਕਰਨਾ, ਮਿੱਠੇ ਨੂੰ ਅਵੋਇਡ ਕਰਨਾ, ਖੰਡ ਬਿਲਕੁਲ ਅਵੋਇਡ, ਗੁੜ ਜਾਂ ਸ਼ੱਕਰ ਦਾ ਮਿੱਠਾ ਤੁਸੀਂ ਖਾ ਸਕਦੇ ਆ, ਉਹ ਤੁਹਾਡੇ ਲਈ ਬੈਨੀਫਿਟ ਰਹੂਗਾ। ਇਹ ਰੂਟੀਨ ਸਾਨੂੰ ਰੱਖਣਾ ਚਾਹੀਦਾ। ਹਾਂਜੀ, ਇhtiyat ਰੱਖਣੀ ਪਏਗੀ। ਤੁਸੀਂ ਜਿਹੜਾ ਵੈਜੀਟੇਰੀਅਨ ਫੂਡ ਦੀ ਗੱਲ ਕੀਤੀ ਹੈ ਨਾ, ਤੇ ਕਈ ਲੋਕ ਕਹਿੰਦੇ ਨੇ ਕਿ ਨੌਨ ਵੈਜ ਦੇ ਵਿੱਚ ਤਾਕਤ ਹੈ, ਵੈਜੀਟੇਰੀਅਨ ਫੂਡ ਦੇ ਵਿੱਚ ਤਾਕਤ ਨਹੀਂ ਹੈ। ਉਹ ਕਹਿੰਦਾ ਤੂੰ ਮੈਨੂੰ ਤਾਂ ਕਹਿ ਦਿੱਤਾ, ਹਾਥੀ ਨੂੰ ਨਾ ਕਹਿ ਦੇਈਂ, ਉਹ ਵੀ ਵੈਜੀਟੇਰੀਅਨ ਹੀ ਹੈ। ਖੈਰ, ਇਹ ਤਾਂ ਹੈ ਖੁਰਾਕ ਦੀ ਗੱਲ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਪੂਰੇ ਦਿਨ 'ਚ ਤੁਸੀਂ ਖਾਣਾ ਖਾਣਾ ਹੈ ਤਾਂ ਉਹਦਾ ਇੱਕ ਟਾਈਮ ਰੱਖਣਾ ਹੈ ਕਿ ਇਸ ਟਾਈਮ, ਇਹ ਕਹਿੰਦੇ ਨੇ ਕਿ ਸ਼ੁਰੂਆਤ ਵਿੱਚ ਹਮੇਸ਼ਾ ਦਿਨ ਦੀ ਸ਼ੁਰੂਆਤ ਪ੍ਰੋਟੀਨ ਤੋਂ ਕਰੋ। ਹਾਂਜੀ, ਠੀਕ ਹੈ ਨਾ। ਉਸ ਤੋਂ ਬਾਅਦ ਇਹ ਦਿਨ ਦੇ ਵਿੱਚ ਕਿੰਨੇ ਟਾਈਮ ਖਾਣਾ ਖਾਣਾ ਚਾਹੀਦਾ, ਕਿਉਂਕਿ ਮੋਸਟਲੀ ਅਸੀਂ ਇੰਡੀਅਨ ਸਿਸਟਮ ਹੈ ਤੇ 3 ਟਾਈਮ ਹੀ ਖਾਂਦੇ ਹਾਂ ਨਾ, ਬ੍ਰੇਕਫਾਸਟ, ਲੰਚ, ਡਿਨਰ। ਤੇ ਜਦੋਂ ਤੁਸੀਂ ਪ੍ਰੋਫੈਸ਼ਨਲੀ ਆਪਣੀ ਬਾਡੀ ਦਾ ਖਿਆਲ ਰੱਖਦੇ ਹੋ, ਕਈ ਲੋਕ ਕਹਿੰਦੇ ਨੇ 6 ਟਾਈਮ ਖਾਓ, ਉਸੇ ਖਾਣੇ ਨੂੰ 6 ਹਿੱਸਿਆਂ 'ਚ ਵੰਡੋ, ਕਈ ਲੋਕ ਕਹਿੰਦੇ ਨੇ 5 ਟਾਈਮ ਖਾਓ। ਦੇਖੋ, ਇਹਦੇ ਵਿੱਚ ਇਹ ਹੈਗਾ ਕਿ ਆਮ ਜਿਹੜਾ ਇਨਸਾਨ ਆ, ਤੁਹਾਡੀ ਗੱਲ ਨੂੰ, ਕਿ ਉਹ 3 ਮੀਲ ਹੀ ਖਾਊਗਾ। ਅਤੇ ਸੁਬਾਹ ਜਿਹੜਾ ਸਾਡਾ ਬ੍ਰੇਕਫਾਸਟ ਆ ਉਹ ਇੱਕ ਇਸ ਤਰ੍ਹਾਂ ਦਾ ਮੀਲ ਹੁੰਦਾ ਕਿ ਜਿਹੜਾ ਹੈਵੀ ਮੀਲ ਹੁੰਦਾ ਹੈ, ਉਹਦੇ ਵਿੱਚ ਤੁਹਾਨੂੰ ਪ੍ਰੋਟੀਨ ਦੀ, ਵਿਟਾਮਿਨ ਦੀ, ਮਿਨਰਲ ਦੀ, ਹਰ ਇੱਕ ਚੀਜ਼ ਦੀ ਭਰਮਾਰ ਜਿਹੜੀ ਆ ਉਹ ਰੱਖਣੀ ਪੈਣੀ ਆ। ਉਸ ਤੋਂ ਬਾਅਦ ਜਿਹੜਾ ਲੰਚ ਆਉਂਦਾ ਉਹਨੂੰ ਥੋੜ੍ਹਾ ਜਿਹਾ ਅਸੀਂ ਲਾਈਟ ਕਰਦੇ ਨੇ। ਤਾਂ ਹਮੇਸ਼ਾ ਜਿਹੜਾ ਸਾਡਾ ਡਿਨਰ ਹੈਗਾ, ਰਾਤ ਦਾ ਖਾਣਾ ਆ, ਉਹਨੂੰ ਅਸੀਂ ਉਹਦੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ, ਮਤਲਬ ਰਾਈਸ, ਚਪਾਤੀ, ਇਹਨਾਂ ਚੀਜ਼ਾਂ ਨੂੰ ਘੱਟ ਤੋਂ ਘੱਟ ਲੈਣਾ। ਪ੍ਰੋਟੀਨ ਸੋਰਸ ਜਿਹੜੇ ਆ ਉਹ ਅਸੀਂ ਰਾਤ ਦੇ ਟਾਈਮ ਜ਼ਿਆਦਾ ਲੈਣੇ। ਇਹ ਤਾਂ ਹੋ ਗਿਆ ਇੱਕ ਆਮ ਇਨਸਾਨ। ਹੁਣ ਦੂਸਰੇ ਨੰਬਰ 'ਤੇ ਪ੍ਰੋਫੈਸ਼ਨਲ ਜਿਹੜਾ ਆ ਰਿਹਾ, ਉਹ ਇਹਨਾਂ 3 ਮੀਲ ਦੇ ਵਿੱਚ ਹੋਰ 3 ਮੀਲ ਐਡਜਸਟ ਕਰ ਦੂਗਾ। ਮੀਲ ਦੇ ਜਿਹੜੇ ਸੋਰਸਿਸ ਆ ਉਹ ਇਹ ਰਹਿਣਗੇ, ਬਟ ਟਾਈਮਿੰਗ 2.5 ਤੋਂ 3 ਘੰਟੇ ਦਾ, ਅਤੇ ਉਹਦੇ ਵਿੱਚ ਘੱਟ ਤੋਂ ਘੱਟ ਜਿਹੜਾ ਫੈਟ ਲੈਵਲ, ਟਰਾਂਸ ਫੈਟ ਲੈਵਲ ਉਹ ਘੱਟ ਤੋਂ ਘੱਟ ਹੋਊਗਾ, ਬਟ ਪ੍ਰੋਟੀਨ ਸੋਰਸ ਅਤੇ ਕਾਰਬੋਹਾਈਡਰੇਟ ਹਰ ਮੀਲ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਕਿ ਉਹਦੀ ਬਾਡੀ ਨੂੰ ਪ੍ਰੋਪਰ ਨਿਊਟ੍ਰੀਸ਼ਨ ਮਿਲਦਾ ਰਹੇ। ਅਤੇ ਇਹ ਸਾਨੂੰ ਹਫਤੇ ਦੇ ਕਮ ਸੇ ਕਮ 6 ਦਿਨ ਕਰਨਾ ਚਾਹੀਦਾ। ਅਤੇ ਇੱਕ ਦਿਨ ਜਿਹੜਾ ਹੈਗਾ 6 ਦਿਨਾਂ 'ਚੋਂ ਕੋਈ ਦਿਨ ਅਸੀਂ ਰੱਖ ਸਕਦੇ, ਅਸੀਂ ਇਤਵਾਰ ਰੱਖ ਸਕਦੇ ਹਾਂ, ਕੋਈ ਹਫਤੇ ਦਾ ਕੋਈ ਦਿਨ, ਤਾਂ ਕਿ ਅਸੀਂ ਜੋ ਰੂਟੀਨ 'ਚ ਕਰ ਰਹੇ ਹਾਂ ਉਹ ਤੋਂ ਬਾਡੀ ਨੂੰ ਥੋੜ੍ਹੀ ਰਾਹਤ ਮਿਲੇ। ਤਾਂ ਉਸ ਦਿਨ ਅਸੀਂ ਆਪਣਾ ਕੋਈ ਜਿਹੜਾ ਸਪਾਈਸੀ ਫੂਡ ਆ ਉਹਨੂੰ ਅਸੀਂ ਇੰਜੋਏ ਕਰ ਸਕਦੇ, ਮਨਪਸੰਦ ਹੈ, ਹਾਂਜੀ, ਉਹ ਕਰ ਸਕਦੇ ਹਾਂ। ਓਕੇ। ਇੱਕ ਆਮ ਧਾਰਨਾ ਹੁੰਦੀ ਹੈ, ਜ਼ਿਆਦਾਤਰ ਪੇਰੈਂਟਸ ਬਹੁਤ ਸੋਚਦੇ ਆ ਕਿ ਬੱਚਿਆਂ ਨੂੰ ਆਪਾਂ ਜ਼ਿਆਦਾ weight ਨਹੀਂ ਚੱਕਣ ਦੇਣਾ ਜਾਂ ਫਿਰ ਜਿਮ ਨਹੀਂ ਜਾਣ ਦਿੱਤਾ ਜਾਂਦਾ ਕਿ ਉਹਨਾਂ ਦਾ ਕੱਦ ਜਿਹੜਾ ਛੋਟਾ ਨਾ ਰਹਿ ਜਾਵੇ। ਇਸ ਬਾਰੇ ਜ਼ਰੂਰ ਦੱਸੋ ਵੀ ਕੀ ਇਹ ਵਾਕਈ ਹੁੰਦਾ ਜਾਂ ਨਹੀਂ? ਦੇਖੋ, ਅਸੀਂ ਸਾਰੇ ਆਪਣੇ ਮਾਪਿਓ ਦਾ ਅੰਸ਼ ਹੈਗੇ। ਕੋਈ ਵੀ ਬੱਚਾ ਪੈਦਾ ਹੁੰਦਾ ਉਹ ਮਾਪਿਓ ਦਾ ਹੀ ਅੰਸ਼ ਆ, ਮਾਪਿਓ ਦੇ ਸਰੀਰ ਦਾ ਹੀ ਹਿੱਸਾ ਹੁੰਦਾ ਹੈ। ਸੋ ਇਹ ਜਿਹੜੀ ਇੱਕ ਮਿੱਥ ਬਣਿਆ ਹੋਇਆ ਇਸ ਚੀਜ਼ ਨੂੰ ਲੈ ਕੇ ਕਿ ਕੋਈ ਬੱਚਾ ਆ ਉਹਨੂੰ ਅਸੀਂ ਛੋਟੀ ਉਮਰ 'ਚ ਜੇ ਐਕਸਰਸਾਈਜ਼ ਕਰ ਲਈ, ਵੈਸੇ ਜਿਹੜੀ ਐਕਸਰਸਾਈਜ਼ ਜਿਮ ਜਾਣ ਦੀ ਜਾਂ ਗਰਾਊਂਡ ਦੀ ਐਕਟੀਵਿਟੀ ਕਰਨ ਦੀ ਉਮਰ ਹੈਗੀ ਉਹ 14 ਸਾਲ ਦੀ ਹੈਗੀ ਹੈ। 14 ਸਾਲ ਤੋਂ ਬਾਅਦ ਤੁਸੀਂ ਐਕਸਰਸਾਈਜ਼ ਕਰ ਸਕਦੇ ਹਾਂ। ਬਟ ਇਹ ਹੁੰਦਾ ਆ ਕਿ ਜਦੋਂ ਅਸੀਂ ਜੋ ਮਾਂ ਪਿਓ ਤੋਂ ਮਿਲਿਆ ਸਾਨੂੰ ਅੰਸ਼ ਆ, ਉਹ ਸਾਡੀ ਨਾ ਤਾਂ ਕੋਈ ਚੀਜ਼ ਇਸ ਤਰ੍ਹਾਂ ਦੀ ਹੈਗੀ ਹਾਲੇ ਤੱਕ ਕਿ ਜਿਹੜੀ ਹਾਈਟ ਇਨਕਰੀਜ਼ ਕਰ ਦੇਵੇ, ਵਧਾ ਦੇਵੇ ਹਾਈਟ, ਅਤੇ ਨਾ ਹੀ ਕੋਈ ਹੈਗੀ ਕਿ ਜਿਹੜੀ ਕੋਈ ਵੀ ਐਕਸਰਸਾਈਜ਼ ਆ, ਮੰਨ ਲਓ ਕੋਈ ਵੇਟ ਟ੍ਰੇਨਿੰਗ ਸਾਨੂੰ ਕਦੀ ਦਬਾਉਂਦੀ ਨਹੀਂ, ਉਲਟਾ ਸਾਨੂੰ ਹਾਈਟ ਵਿੱਚ ਹੈਲਪ ਕਰ ਸਕਦੀ। ਉਮਰ ਸਾਡੀ ਹਾਈਟ ਵਧਾਉਣ ਲਈ ਜਿਹੜੀ ਆ ਉਹ ਸਾਨੂੰ ਸਹਿਯੋਗ ਕਰ ਸਕਦੀ, ਬਟ ਘਟਾਉਂਦੀ ਨਹੀਂ, ਕਿਉਂਕਿ ਹਾਈਟ ਜਿਹੜੀ ਆ ਉਹ ਸਾਡੀ ਸੁੱਤਿਆਂ ਪਿਆਂ ਵੱਧਦੀ ਆ। ਅਤੇ ਦੂਸਰਾ, ਮਾਂ ਪਿਓ ਦੇ ਜੋ ਸਰੀਰ ਦਾ ਸਾਨੂੰ ਹਿੱਸਾ ਮਿਲਿਆ, ਉਸ ਜਿਸ ਤੋਂ ਅਸੀਂ ਬਣੇ ਹੋਏ, ਉਸ ਤੋਂ ਹੀ ਹਾਈਟ ਜਿਹੜੀ ਆ ਗਰੋਥ ਕਰਦੀ। ਜੀਨਸ ਤੋਂ ਡਿਪੈਂਡ ਆ, ਜੀਨਸ 'ਤੇ। ਕੋਈ ਵੀ ਜਿਮ ਦੀ ਐਕਸਰਸਾਈਜ਼, ਕੋਈ ਵੀ ਗਰਾਊਂਡ ਦੀ ਐਕਟੀਵਿਟੀ ਸਾਡੀ ਹਾਈਟ ਕਦੀ ਨਹੀਂ ਰੋਕਦੀ, ਕਿਉਂਕਿ ਉਹ ਵਧਾਉਣ 'ਚ ਹੈਲਪਫੁਲ ਇਸ ਤਰ੍ਹਾਂ ਹੋ ਸਕਦੀ ਕਿਉਂਕਿ ਅਸੀਂ ਤਾਂ ਜਿਮ ਜਾਂਦੇ ਹਾਂ, ਅਸੀਂ ਜਿਹੜੀ ਡਾਈਟ ਆ ਉਹ ਬੈਲੈਂਸ ਲੈਂਦੇ, ਅਤੇ ਜਿਹੜੀ ਡਾਈਟ ਖਾਂਦੇ ਆ ਉਹ ਪਚਦੀ ਆ, ਅਤੇ ਸਾਨੂੰ ਕੋਈ ਵੀ ਹਾਈਟ ਐਕਸਰਸਾਈਜ਼ ਜਿਹੜੀ ਸਾਡੀ ਹਾਈਟ ਨੂੰ ਰੋਕ ਨਹੀਂ ਪਾਉਂਦੀ, ਉਹਨੂੰ ਹਾਲਾਂਕਿ ਵਧਾਉਂਦੀ ਹੈ। ਇਹਨੂੰ ਸਿਰਫ ਅਸੀਂ ਇੱਕ ਮਿੱਥ ਵਜੋਂ ਜਾਣਦੇ ਹਾਂ। ਇੱਕ ਸੋਚਣੀ ਹੁੰਦੀ ਹੈ, ਵਿਜ਼ਨ ਹੁੰਦਾ ਹੈ ਬੰਦੇ ਦਾ, ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਤਾਂ ਤੁਹਾਡੇ ਅੰਦਰ ਹੌਸਲਾ ਆਏਗਾ ਕੋਈ ਵੀ ਕੰਮ ਕਰਨ ਦਾ, ਕਿਉਂਕਿ ਸ਼ੱਕੀ ਬੰਦਾ ਕਦੀ ਵੀ ਹੌਸਲੇ ਵਾਲਾ ਨਹੀਂ ਹੋ ਸਕਦਾ, ਕੋਈ ਕੰਮ ਨਹੀਂ ਕਰ ਸਕਦਾ, ਸਫਲਤਾ ਉਹਨੂੰ ਨਹੀਂ ਮਿਲ ਸਕਦੀ। ਸੋ ਜਦੋਂ ਤੁਸੀਂ ਜਿਮ ਜੁਆਇਨ ਕੀਤਾ, ਤੁਹਾਡੇ ਅੰਦਰ ਇੱਕ ਵਿਜ਼ਨ ਸੀ, ਠੀਕ ਹੈ,
ਔਰ ਸਾਰੇ ਸ਼ੱਕ ਦੂਰ ਕਰਕੇ ਇੱਕ ਹੌਸਲਾ ਪੈਦਾ ਹੋਇਆ ਔਰ ਤੁਹਾਡਾ ਬਾਡੀ weight ਇਨਕਰੀਜ਼ ਹੋਇਆ 38 ਕਿਲੋ ਸੀ ਤੁਹਾਡਾ weight ਔਰ ਉਸ ਤੋਂ ਵਧਣਾ ਸ਼ੁਰੂ ਹੋਇਆ। ਹਾਂਜੀ ਹਾਂਜੀ। ਔਰ ਜਿਸ ਤਰ੍ਹਾਂ ਮੁਹੰਮਦ ਅਲੀ ਸਾਹਿਬ ਜੋ ਸਾਡੇ ਬਾਕਸਰ ਸੀਗੇ ਉਹ ਵੀ ਕਹਿੰਦੇ ਸੀਗੇ ਕਿ ਮੈਂ ਆਪਣੀ ਟ੍ਰੇਨਿੰਗ ਦਾ ਹਰ ਮਿੰਟ ਨਫ਼ਰਤ ਕਰਦਾ, ਹਾਂਜੀ, ਪਰ ਜਦੋਂ ਉਹਦਾ ਰਿਜ਼ਲਟ ਆਉਂਦਾ ਉਦੋਂ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਚੈਂਪੀਅਨ ਬਣਦਾ ਪਿਆ, ਇਸ ਕਰਕੇ ਮੈਂ ਉਸ ਟ੍ਰੇਨਿੰਗ ਨੂੰ ਪਸੰਦ ਕਰਦਾ। ਤੁਹਾਡੀ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਦੇ ਮੋਮੈਂਟਸ, ਐਸੇ ਲਮੇ ਆਏ ਹੋਣਗੇ ਜਦੋਂ ਤੁਸੀਂ ਕਿਹਾ ਹੋਗਾ ਯਾਰ ਬੜਾ ਔਖਾ ਕੰਮ ਹੈ ਟ੍ਰੇਨਿੰਗ ਦਾ? ਹਾਂਜੀ, ਮੇਰੇ ਵੈਸੇ ਤਾਂ ਇੱਕ ਮਨ 'ਚ ਸ਼ੁਰੂ ਤੋਂ ਜਦੋਂ ਤੋਂ ਮੈਂ ਇਸ ਲਾਈਨ 'ਚ ਆਇਆ ਸੋਚ ਰਹੀ ਆ ਕਿ ਮੈਂ ਜਦੋਂ ਇੱਕ ਇਨਸਾਨ ਸੜਕ 'ਤੇ ਚੱਲਣ ਲੱਗ ਪਿਆ ਉਹਨੇ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਣਾ, ਚਾਹੇ ਉਹ ਪੈਦਲ ਚੱਲੇ, ਕਿਸੇ ਕੋ ਲਿਫਟ ਲੈ ਕੇ ਚੱਲੇ, ਕਿਸ ਤਰ੍ਹਾਂ ਵੀ ਉਹਨੇ ਪਹੁੰਚ ਜਾਣਾ। ਮੇਰੇ ਮਨ 'ਚ ਵੀ ਉਹੀ ਸੋਚ ਹੁੰਦੀ ਅੱਜ ਮੈਂ ਚੱਲ ਰਿਹਾ ਹਾਂ ਤਾਂ ਮੈਂ ਇੱਕ ਨਾ ਇੱਕ ਦਿਨ ਅੱਗੇ ਜ਼ਰੂਰ ਜਾਊਂਗਾ। ਬਟ ਉਸ ਮੰਜ਼ਿਲ ਤੱਕ ਪਹੁੰਚਣ ਲਈ ਮੈਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਿ ਮੈਨੂੰ ਕਈ ਵਾਰੀ ਮੇਰੇ ਕੋਲ ਡਾਈਟ ਦੇ ਪੈਸੇ ਨਹੀਂ ਹੁੰਦੇ ਸੀਗੇ, ਤਾਂ ਮੈਨੂੰ ਘਰ ਤੋਂ ਕਾਲਜ ਜਾਣ ਲਈ ਜਿਹੜੇ ਪੈਸੇ ਮਿਲਣੇ, ਬੱਸ ਦਾ ਕਿਰਾਇਆ ਲਾਉਣ ਲਈ, ਮੈਂ ਬੱਸ 'ਚ ਅੱਗੇ ਪਿੱਛੇ ਖੜੇ ਹੋ ਕੇ ਜਾਣਾ ਤਾਂ ਕਿ ਮੇਰਾ ਕਿਰਾਇਆ ਬਚ ਜਾਵੇ, ਉਹ ਸਿਰਫ ਮੈਂ ਡਾਈਟ ਦੇ ਪੈਸਿਆਂ ਲਈ ਉਹ ਚੀਜ਼ ਕਰਦਾ ਸੀ। ਤਾਂ ਫਿਰ ਉਸ ਤੋਂ ਬਾਅਦ ਮੈਨੂੰ ਜਿਹੜੇ ਮੇਰੇ ਸੀਨੀਅਰ ਹੋਣੇ ਉਹਨਾਂ ਨੇ ਮੈਨੂੰ ਘਰ ਦੇ ਕੰਮਾਂ 'ਚ ਲਗਾਈ ਰੱਖਣਾ, ਆਪਣੇ ਘਰ ਬੁਲਾ ਲੈਣਾ ਕਿ ਮੈਂ ਉਹਨਾਂ ਤੋਂ ਕੋਈ ਡਾਈਟ ਬਾਰੇ ਗੁਰ ਸਿੱਖ ਸਕਾਂ, ਕੋਈ ਐਕਸਰਸਾਈਜ਼ ਬਾਰੇ। ਬਟ ਉਹਨਾਂ ਨੇ ਮੈਨੂੰ ਮੇਰੇ ਤੋਂ ਕੰਮ ਲੈ ਕੇ ਮੈਨੂੰ ਸ਼ਾਮ ਨੂੰ ਕਹਿ ਦੇਣਾ ਤੁਸੀਂ ਕੱਲ੍ਹ ਆਇਓ, ਪਰਸੋਂ ਆਇਓ। ਸੋ ਉਹਨਾਂ ਚੀਜ਼ਾਂ ਨੇ ਮੈਨੂੰ ਇੱਕ ਪੋਜ਼ੀਟਿਵਿਟੀ ਹੋਰ ਕਰਵਾਤੀ ਕਿ ਅੱਜ ਮੈਂ ਇੱਥੇ ਹਾਂ ਤਾਂ ਕੱਲ੍ਹ ਨੂੰ ਮੈਂ ਇਸ ਤੋਂ ਅੱਗੇ ਵੀ ਜਾ ਸਕਦਾ। ਐਂਡ ਇਸ ਤੋਂ ਇਲਾਵਾ ਮੈਨੂੰ 1 ਸਾਲ ਮੈਂ ਕਾਲਜ 'ਚ ਵੀ ਸਟੱਡੀ 'ਚ ਪਿੱਛੇ ਰਹਿ ਗਿਆ, ਫੇਲ ਹੋਇਆ। ਉਸਨੇ ਮੈਨੂੰ ਇਹ ਚੀਜ਼ ਸਿਖਾਈ, ਉਹ ਮੈਂ ਸਿਰਫ ਇਸ ਚੀਜ਼ ਕਰਕੇ ਕਿ ਮੈਂ ਕਾਲਜ ਨਹੀਂ ਜਾ ਪਾਉਂਦਾ ਸੀਗਾ, ਕਿਉਂਕਿ ਮੈਂ ਜਿਮ 'ਤੇ ਜ਼ਿਆਦਾ ਟਾਈਮ ਦਿੰਦਾ ਸੀ। ਬਟ ਉੱਥੋਂ ਮੈਂ ਸਿੱਖਿਆ ਕਿ ਮੈਂ ਜੇ ਇੱਥੇ ਅੱਜ ਇੱਥੇ ਰੁਕ ਗਿਆ ਮੇਰਾ ਇੱਥੇ ਲਾਈਫ ਦਾ ਗੁਜ਼ਾਰਾ ਨਹੀਂ ਹੋਣਾ। ਸੋ ਉਹ ਚੀਜ਼ਾਂ ਨੇ ਮੈਨੂੰ ਹੋਰ ਮੋਟਿਵ ਕੀਤਾ ਕਿ ਮੈਂ ਅੱਗੇ ਪੜ੍ਹਾਈ ਵੀ ਜਾਰੀ ਰੱਖਣੀ ਆ, ਕਿਉਂਕਿ ਹੁੰਦਾ ਕੀ ਆ ਕੋਈ ਵੀ ਐਥਲੀਟ ਆ, ਕੋਈ ਵੀ ਸਪੋਰਟਸ ਪਰਸਨ ਆ, ਉਹ ਸਟੱਡੀ 'ਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ। ਬਟ ਸਟੱਡੀ ਜਿਹੜੀ ਆ, ਪੜ੍ਹਾਈ ਜਿਹੜੀ ਆ, ਸਿੱਖਿਆ ਜਿਹੜੀ ਆ, ਉਹ ਸਾਡੀ ਲਾਈਫ ਦਾ ਅਹਿਮ ਪਾਰਟ ਹੈ, ਕਿਤੇ ਵੀ ਸਾਡੇ ਲਈ ਕੰਮ ਆ ਜਾਂਦੀ। ਅਸੀਂ ਆਰਾਮ ਨਾਲ ਬੈਠ ਕੇ ਵੀ ਇੱਥੋਂ ਕਈ ਸਮਾਜ ਦੀਆਂ ਗੱਲਾਂ ਸਿੱਖ ਸਕਦੇ, ਕਈ ਅੱਗੇ ਤੱਕ ਅਸੀਂ ਪੜਾਅ ਬਣਾ ਸਕਦੇ ਹਾਂ। ਬਟ ਮੈਂ ਉਹ ਵੀ ਜਾਰੀ ਰੱਖਿਆ, ਉਹ ਚੀਜ਼ਾਂ ਨੇ ਮੈਨੂੰ ਕਾਫੀ ਝੰਜੋੜਿਆ। ਬਟ ਉਸ ਝੰਜੋੜਨ ਨੇ ਹੀ ਮੈਨੂੰ ਅੱਜ ਬਾਡੀ ਬਿਲਡਿੰਗ 'ਚ ਮਾਨ ਸਨਮਾਨ ਦਿੱਤਾ। ਸੰਘਰਸ਼ ਹੀ ਜਿੱਤ ਦਾ ਨਾਮ ਹੈ। ਬਾਡੀ ਬਿਲਡਿੰਗ ਤੇ weight lifting ਦੇ ਵਿੱਚ ਤੁਹਾਡਾ ਆਈਡਲ ਕੌਣ ਹੈ? ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਮੈਂ ਆਪਣੇ ਮਦਰ ਫਾਦਰ ਨੂੰ ਹੀ ਕਹੂੰਗਾ, ਕਿਉਂਕਿ ਉਹ ਮੈਨੂੰ ਸਪੋਰਟ ਕਰਦੇ ਆ। ਉਸ ਤੋਂ ਬਾਅਦ ਸਾਡੇ ਕਈ ਸੀਨੀਅਰ ਹੈਗੇ ਆ, ਉਹਨਾਂ ਦੇ ਵਿੱਚ ਆਰਨੋਲਡ, ਜਿਸ ਤਰ੍ਹਾਂ ਤੁਸੀਂ ਹੁਣੇ ਨਾਮ ਲਿਆ, ਤਾਂ ਉਹਨਾਂ ਤੋਂ ਮੈਂ ਕਾਫੀ ਪ੍ਰੇਰਿਤ ਹੋਇਆ। ਐਂਡ ਉਸ ਦੇ ਨਾਲ ਹੀ ਇੱਕ ਇੰਟਰਨੈਸ਼ਨਲ ਬੋਡੀ ਬਿਲਡਰ ਹੈਗੇ ਆ, ਜੈ ਕਟਲਰ ਹੈਗੇ, ਉਹਨਾਂ ਦਾ ਕੀ ਰੁਝਾਨ ਸੀ, ਉਹ ਇੱਕ ਜਿਮ ਦੇ ਵਿੱਚ ਹੈਲਪਰ ਸੀਗੇ। ਤਾਂ ਅੱਜ ਜੋ 7 ਵਾਰੀ ਮਿਸਟਰ ਓਲੰਪੀਆ ਬਣੇ, ਆਪਣੇ ਖੁਦ ਦੇ ਉਹ ਕੰਮ ਚਲਾ ਰਹੇ, ਉਹਨਾਂ ਤੋਂ ਮੈਂ ਕਾਫੀ ਪ੍ਰੇਰਿਤ ਹੋਇਆ। ਐਂਡ ਮੇਰੇ ਦਾਦਾ ਜੀ ਹੁੰਦੇ ਸੀਗੇ ਜੀ, ਉਹਨਾਂ ਨੇ ਮੈਨੂੰ ਸੁਬਾਹ ਉਠਾਉਣਾ, ਉਦੋਂ ਮੈਂ ਬਿਲਕੁਲ ਹੀ ਇੱਕ ਨੋਰਮਲ ਬੱਚਾ ਸੀਗਾ, ਉਹਨਾਂ ਨੇ ਸੁਬਾਹ ਉਠਾਉਣਾ, ਉਹਨਾਂ ਤੋਂ ਵੀ ਮੈਂ ਬਹੁਤ ਪ੍ਰੇਰਿਤ ਹੋਇਆ। ਆਪਣੀ ਫੈਮਿਲੀ ਤੋਂ ਤੇ ਇਹਨਾਂ 2 ਪਰਸਨ ਤੋਂ ਮੈਂ ਜ਼ਿਆਦਾ ਪ੍ਰੇਰਿਤ ਹੋਇਆ। ਹਾਂਜੀ। ਸੋ ਤੁਹਾਡੇ ਕੋਲੋਂ ਨੌਜਵਾਨ ਵੀ ਪ੍ਰੇਰਨਾ ਲੈਣ ਔਰ ਉਹਨਾਂ ਨੂੰ ਤੁਸੀਂ ਜ਼ਰੂਰ ਦੱਸੋ ਕਿ ਇੱਕ ਪ੍ਰੋਫੈਸ਼ਨਲ ਹੋ ਕੇ ਤੁਸੀਂ ਫਿਟਨੈਸ ਵੱਲ ਜਾਣਾ ਹੈ, ਇੱਕ ਆਮ ਇਨਸਾਨ ਹੋ ਕੇ ਤੁਸੀਂ ਫਿਟਨੈਸ ਵੱਲ ਜਾਣਾ ਹੈ, ਤਾਂ ਕਿ ਸਪੋਰਟਸ ਦੇ ਵਿੱਚ ਉਹ ਖਾਸ ਰੁਝਾਨ ਰੱਖਣ। ਕਿਉਂਕਿ ਅਸੀਂ ਭਾਰਤ ਦੀ ਸੈਨਾ ਵਾਸਤੇ ਵੀ ਤਿਆਰ ਕਰਨਾ ਹੈ ਨੌਜਵਾਨਾਂ ਨੂੰ, ਕਿਉਂਕਿ ਅੱਜ ਭਾਰਤੀ ਸੈਨਾ ਦਿਵਸ ਵੀ ਹੈ। ਹਾਂਜੀ। ਔਰ ਅਸੀਂ ਅਲੱਗ-ਅਲੱਗ ਫੀਲਡਸ ਵਾਸਤੇ ਵੀ ਨੌਜਵਾਨਾਂ ਨੂੰ ਤਿਆਰ ਕਰਨਾ ਹੈ। ਕਿਸੇ ਵੀ ਫੀਲਡ ਵਿੱਚ ਜਾਓ, ਫਿਟਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਹੀ ਦਿਮਾਗ ਫਿਟ ਰਹੇਗਾ। ਸੋ ਨੌਜਵਾਨਾਂ ਦਾ ਰੁਝਾਨ ਕਿਵੇਂ ਬਣੇ ਔਰ ਇਹ ਸਾਰਾ ਜੋ ਤਾਮ-ਝਾਮ ਅੱਜ ਸਮਾਜ ਦੇ ਵਿੱਚ ਫੈਲਿਆ ਹੋਇਆ ਹੈ ਉਹਦੇ ਵਿੱਚੋਂ ਕਿੱਦਾਂ ਨਿਕਲ ਸਕਣ? ਨੌਜਵਾਨਾਂ ਨੂੰ ਇਹਦੇ 'ਚ ਸਭ ਤੋਂ ਪਹਿਲਾਂ ਫੋਕਸ ਕਰਨਾ ਚਾਹੀਦਾ ਕਿ ਉਹਨਾਂ ਨੂੰ ਆਪਣੇ ਅੰਦਰ ਝਾਤ, ਆਪਣੇ ਆਪ ਨੂੰ ਸਮਾਂ, ਸਾਨੂੰ 24 ਘੰਟੇ 'ਚ ਆਪਣੇ ਆਪ ਨੂੰ, ਆਪਣੇ ਆਪ ਨਾਲ ਬੈਠ ਕੇ, ਇੱਕ ਸ਼ੀਸ਼ੇ ਅੱਗੇ ਬੈਠ ਕੇ ਜਾਂ ਕਿਤੇ ਵੀ ਬੈਠ ਕੇ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ ਕਿ ਮੈਂ ਸਾਰਾ ਦਿਨ ਕੀ ਕੀਤਾ, ਕੀ ਗਵਾਇਆ। ਕਿਉਂਕਿ ਜਿੰਨੀ ਦੇਰ ਤੁਸੀਂ ਖੁਦ ਨਹੀਂ ਕਿਸੇ ਮੁਕਾਮ ਲਈ ਰੈਡੀ ਹੁੰਦੇ, ਤੁਹਾਨੂੰ ਸਪੋਰਟ ਵੀ ਕਿਤੇ ਨਹੀਂ ਮਿਲਦੀ। ਸੋ ਸਾਨੂੰ ਸਾਰੀ ਦੁਨੀਆ ਤੋਂ 24 ਘੰਟਿਆਂ ਤੋਂ ਹਟ ਕੇ ਸਾਰੀ ਦੁਨੀਆ ਤੋਂ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ ਹੈ। ਆਪਣੇ ਆਪ ਨੂੰ, ਆਪਣੇ ਸਰੀਰ ਨੂੰ, ਆਪਣੇ ਦਿਮਾਗ ਨੂੰ ਸਮਾਂ ਦੇਣਾ ਚਾਹੀਦਾ ਕਿ ਮੈਂ ਸਾਰਾ ਦਿਨ ਕੀ ਕੀਤਾ, ਜੋ ਮੈਂ ਨਹੀਂ ਕਰਨਾ ਸੀ ਉਹ ਕੱਲ ਤੋਂ ਨਹੀਂ ਕਰਨਾ, ਜਿਹੜਾ ਮੈਂ ਕਰਨਾ ਸੀ ਉਹ ਕੱਲ ਤੋਂ ਸਟਾਰਟ ਕਰੂੰਗਾ। ਆਪਣੇ ਆਪ ਨੂੰ, ਖੁਦ ਨੂੰ ਸਮਾਂ ਦਿਓ। ਦੂਸਰਾ, ਆਪਣੇ ਜਿਹੜੇ ਸੋਸ਼ਲ ਮੀਡੀਆ ਆ ਉਹਨੂੰ ਸਿਰਫ ਟਾਈਮ ਟੂ ਟਾਈਮ ਯੂਜ਼ ਕਰੋ, ਕਿਉਂਕਿ ਉਹ ਸਾਡੀ ਇੱਕ ਅੱਜ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਆ ਉਹਦਾ ਇੱਕ ਰੁਝੇਵਾਂ, ਉਹਦਾ ਇੱਕ ਹਿੱਸਾ ਬਣ ਚੁੱਕਿਆ ਆ। ਉਹਨੂੰ ਇੱਕ ਟਾਈਮ ਦਿਓ, ਸੁਬਾਹ ਜਾਂ ਸ਼ਾਮ ਨੂੰ ਜਾਂ ਰਾਤ ਦੇ ਟਾਈਮ ਕੁਛ ਕੁ ਘੰਟੇ ਦਾ
ਟਾਈਮ ਦਿਓ, ਉਸ ਤੋਂ ਜ਼ਿਆਦਾ ਨਹੀਂ, ਸਾਰਾ ਦਿਨ ਨਹੀਂ, ਉਹਨੂੰ ਅਵੋਇਡ ਕਰੋ। ਦੂਸਰਾ ਜਿਹੜੀ ਸੰਗਤ ਆ ਉਹਨੂੰ ਅਵੋਇਡ ਕਰੋ ਕਿ ਸੰਗਤ ਜਿਹੜੀ ਅੱਛੇ ਇਨਸਾਨ ਦੀ ਹੋਵੇ। ਆਪਣੇ ਆਪ ਨਾਲ ਪਿਆਰ ਕਰੋ, ਜੇ ਤੁਹਾਡੀ ਸੰਗਤ ਨਹੀਂ ਅੱਛੀ ਤੁਸੀਂ ਆਪਣੇ ਆਪ ਨਾਲ ਪਿਆਰ ਕਰੋ। ਤੇ ਰੂਟੀਨ ਦੇ ਵਿੱਚ ਇੱਕ ਚੀਜ਼ ਆਪਣੇ ਦਿਮਾਗ 'ਚ ਬਿਠਾ ਲਓ ਕਿ 24 ਘੰਟਿਆਂ 'ਚ ਮੈਂ ਗਰਾਊਂਡ ਦੀ ਐਕਟੀਵਿਟੀ ਜ਼ਰੂਰ ਕਰਨੀ ਆ। ਜਿਮ ਜਾਣਾ ਜਾਂ ਗਰਾਊਂਡ ਦੀ ਐਕਟੀਵਿਟੀ, ਦੋਨਾਂ 'ਚੋਂ ਇੱਕ ਚੀਜ਼ ਚੂਜ਼ ਕਰ ਲਓ। ਜੇ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਜ਼ਿਆਦਾ ਵੀ ਕਰ ਸਕਦੇ। ਤੇ ਇੰਪੋਰਟੈਂਟ ਜਿਹੜਾ ਹੈਗਾ ਡਾਈਟ, ਜਿਹੜੇ ਅੱਜ ਫਾਸਟ ਫੂਡ ਚੱਲਦੇ ਆ ਉਹਨਾਂ ਨੂੰ ਅਵੋਇਡ ਕਰਨਾ, ਘਰ ਦਾ ਖਾਣਾ ਉੱਤੇ ਫੋਕਸ ਕਰਨਾ। ਤਾਂ ਨਾਲ ਦੀ ਨਾਲ ਜਿਹੜੇ ਫਾਸਟ ਫੂਡ ਤੋਂ ਹਟ ਕੇ ਕੁਛ ਸਪਲੀਮੈਂਟ ਆ ਰਹੇ ਆ ਇਹ ਬੋਡੀ ਬਿਲਡਿੰਗ ਲਾਈਨ 'ਚ, ਉਹਨਾਂ ਨੂੰ ਨਾ ਹੀ ਯੂਜ਼ ਕਰਨ ਦੀ ਮੈਂ ਸਲਾਹ ਦਿੰਦਾ ਕਿ ਉਹਨਾਂ ਤੋਂ ਸਿਰਫ ਅਸੀਂ ਕੁਛ ਸਮੇਂ ਦਾ, ਕੁਛ ਦਿਨਾਂ ਦਾ ਰਿਜ਼ਲਟ ਲੈ ਸਕਦੇ, ਕਿਉਂਕਿ ਸਾਨੂੰ ਜਿਹੜੀ ਜ਼ਰੂਰੀ ਆ ਘਰ ਦੀ ਜੋ ਮਾਂ ਦੇ ਹੱਥਾਂ ਦੀ ਬਣੀ ਖੁਰਾਕ ਆ, ਜੋ ਸਾਡੇ ਪੁਰਾਤਨ ਪੰਜਾਬ 'ਚ ਖੁਰਾਕ ਸੀ ਅੱਜ ਵੀ ਚੱਲਦੀ ਆ, ਉਸ 'ਤੇ ਫੋਕਸ ਕਰਨਾ। ਤਾਂ ਆਪਣੇ ਜਿਹੜਾ ਘਰ ਪਰਿਵਾਰ ਦੇ ਨਾਲ ਮਿਲ ਕੇ ਜੋ ਮਾਂ-ਪਿਓ ਤੁਹਾਨੂੰ ਕਹਿ ਰਹੇ ਆ, ਕਿਉਂਕਿ ਉਹਨਾਂ ਤੋਂ ਉੱਪਰ ਤੁਹਾਡਾ ਕੋਈ ਦੋਸਤ ਨਹੀਂ ਹੈਗਾ, ਤੁਹਾਡੇ ਮਾਂ-ਪਿਓ ਹੀ ਤੁਹਾਡੇ ਦੋਸਤ ਆ। ਸੋ ਉਹਨਾਂ ਦੇ ਨਾਲ ਦਿਨ ਦੇ ਵਿੱਚ ਕੁਝ ਪਲ ਬਿਤਾਉਣਾ ਕਿ ਸਾਨੂੰ ਜਿਹੜੀਆਂ ਗੱਲਾਂ ਆ ਉਹਨਾਂ ਤੋਂ, ਉਹਨਾਂ ਦਾ ਲਾਈਫ ਦੇ ਵਿੱਚ ਜੋ ਅੱਗੇ ਬੰਦਾ ਰੁਝਾਨ ਆ ਉਹ ਤੁਹਾਨੂੰ ਵੀ ਮਿਲੇ। ਸੁਸਤੀ ਵੀ ਛੱਡ ਦੇਣਾ ਤੇ ਬਹਾਨੇਬਾਜ਼ੀ ਵੀ ਛੱਡਣਾ, ਇਹ ਵੀ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਔਰ ਸਾਡਾ ਜੋ ਯੂਥ ਹੈ, ਸਾਡੇ ਜੋ ਦਰਸ਼ਕ ਨੇ, ਜ਼ਰੂਰ ਸਿੱਖਿਆ ਲੈਣਗੇ ਤੁਹਾਡੇ ਜੀਵਨ ਤੋਂ। ਬਹੁਤ ਬਹੁਤ ਸ਼ੁਕਰੀਆ, ਆਲ ਦਾ ਬੈਸਟ। ਤੁਹਾਡਾ ਵੀ ਸ਼ੁਕਰੀਆ ਜੀ।